ਅੱਜ ਆਪਾਂ ਆਪਾਂ ਸੀਗੇ 607 ਅੰਗ ਤੋਂ ਗਿਆਨ ਸ਼ੁਰੂ ਕਰਨਾ ਹੈ ਜੀ। 607 ਇਹ ਚੌਥੀ ਪਾਤਸ਼ਾਹੀ ਦੇ ਆਪਾਂ ਨੇ ਜਿਹੜੇ 6 ਸ਼ਬਦ ਪੂਰੇ ਹੋਏ ਸੀਗੇ ਉਸ ਤੋਂ ਅੱਗੇ ਚੱਲਣ ਲੱਗੇ ਹਾਂ। ਉਹ ਲੜੀ ਖਤਮ ਹੋਈ ਸੀ ਆਪੇ ਆਪ ਵਾਲੀ। ਮਹਾਰਾਜ ਮਿਹਰ ਕਰਨ ਜੀ। ਸੋਰਠ ਮਹੱਲਾ ਚੌਥਾ ਦੁਤਕੇ ਅਨਕ ਜਨਮ ਵਿਛੜੇ ਦੁੱਖ ਪਾਇਆ। ਮਨਮੁਖ ਕਰਮ ਕਰੇ ਅਹੰਕਾਰੀ। ਅਨਕ ਜਨਮ ਵਿਛੜੇ ਦੁੱਖ ਪਾਇਆ ਮਨਮੁਖ ਕਰਮ ਕਰੇ ਅਹੰਕਾਰੀ। ਅਨਕ ਜਨਮ ਵਿਛੜੇ ਦੁੱਖ ਪਾਇਆ ਮਨਮੁਖ ਕਰਮ ਕਰੇ ਅਹੰਕਾਰੀ। ਕਹਿੰਦੇ ਅਨੇਕਾਂ ਹੀ ਜਨਮ ਹੋ ਗਏ ਵਿਛੜੇ ਨੂੰ ਔਰ ਦੁੱਖ ਪਾਇਆ ਆ। ਜਨਮਾਂ ਦੇ ਵਿੱਚ ਦੁੱਖ ਪਾਇਆ ਹੈ। ਜਨਮ ਗਿਣੇ ਨਹੀਂ ਜਾ ਸਕਦੇ ਆਪਣੇ ਕਿੰਨੇ ਕੁ ਜਨਮ ਹੋ ਗਏ। ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ ਸਾਰੇ ਯੁੱਗ ਆਪਾਂ ਨੇ ਪਾਰ ਕੀਤੇ। ਜਦ ਦੀ ਮਾਲਕ ਨੇ ਸ੍ਰਿਸ਼ਟੀ ਬਣਾਈ ਆ ਉਦੋਂ ਦੇ ਆਪਾਂ ਘੁੰਮ ਰਹੇ ਹਾਂ ਭਾਈ। ਔਰ ਜਦ ਦੀ ਸ੍ਰਿਸ਼ਟੀ ਜਦ ਤੱਕ ਰਹੂਗੀ ਉਦੋਂ ਤੱਕ ਆਪਾਂ ਘੁੰਮ ਹੀ ਜਾਵਾਂਗੇ। ਜੇ ਤਾਂ ਆਪਾਂ ਨੂੰ ਕਾਹਲੀ ਨਹੀਂ ਹੈਗੀ। ਮਾਲਕ ਕਹਿੰਦਾ ਮੈਨੂੰ ਵੀ ਕਾਹਲੀ ਨਹੀਂ ਹੈਗੀ। ਆਖਰੀ ਦੇ ਵਿੱਚ ਮੈਂ ਤੈਨੂੰ ਜਦ ਸ੍ਰਿਸ਼ਟੀ ਸਮੇਟੂੰਗਾ ਅਤੇ ਉਦੋਂ ਤਾਂ ਤੂੰ ਮੇਰੇ ਨਾਲ ਮਿਲਣਾ ਹੀ ਮਿਲਣਾ ਹੈ। ਅਨਕ ਜਨਮ ਵਿਛੜੇ ਦੁੱਖ ਪਾਇਆ ਮਨਮੁਖ ਕਰਮ ਕਰੇ ਅਹੰਕਾਰੀ। ਕਿਉਂ ਦੁੱਖ ਪਾਇਆ? ਆਹ ਜਿਹੜੇ ਅੱਗੇ ਜਿਹੜੇ ਹੈਗੇ 4 ਅੱਖਰ ਹੈਗੇ ਇਹਨਾਂ ਦੇ ਵਿੱਚ ਸਾਰਾ ਦਾ ਸਾਰਾ ਭੇਤ ਹੈਗਾ। ਮਨਮੁਖ ਅੱਖੇ ਦੀ ਸਿਹਾਰੀ ਲੱਗੀ ਹੋਈ ਹੈ। ਮਨਮੁਖੇ ਕਰਮ ਕਰੇ। ਕਹਿੰਦੇ ਤੂੰ ਮਨ ਦੇ ਆਖੇ ਲੱਗ ਕੇ ਕਰਮ ਕਰਦਾ ਹੈ। ਤੇਰਾ ਜਿਹੜਾ ਹੈਗਾ ਇਹ ਤੇਰੀ ਜਿਹੜੀ ਗੱਡੀ ਹੈਗੀ ਤੈਨੂੰ ਮੈਂ ਵਾਰ-ਵਾਰ ਮਨੁੱਖ ਜੂਨ ਦਿੰਦਾ ਹੈ, ਮਨੁੱਖ ਸਰੀਰ ਦਿੰਦਾ। ਇਹ ਗੱਡੀ ਜਿਹੜੀ ਹੈਗੀ ਤੇਰੇ ਅੰਦਰ ਇੰਨਾ ਸਾਰਾ ਜਿਹੜਾ ਹੈਗਾ ਜੀਓ ਹੈ ਤੇਰੇ ਅੰਦਰ ਜਿਹੜਾ ਹੈਗਾ ਪੂਰਾ ਦਾ ਪੂਰਾ ਕੰਬੀਨੇਸ਼ਨ ਹੈਗਾ। ਸੁਰਤ, ਮਤ, ਮਨ, ਬੁੱਧ, ਹੋਰ ਜਿਹੜੇ 5 ਪ੍ਰਾਣ, 5 ਗਿਆਨ ਇੰਦਰੀਆਂ, 5 ਕਰਮ ਇੰਦਰੀਆਂ, 5 ਜਿਹੜੇ ਹੈਗੇ ਤੱਤ, ਉਹ ਸਾਰਾ ਦਾ ਸਾਰਾ ਜਿਹੜਾ ਹੈਗਾ ਤੈਨੂੰ ਜਿਹੜਾ ਹੈਗਾ ਅਗਿਆਨਤਾ ਹੈਗੀ ਤੇਰੀ। ਆਹ ਮਨਮੁਖ ਸਿਸਟਮ ਹੈ। ਮਨ ਦੇ ਪਿੱਛੇ ਲੱਗ ਰਿਹਾ, ਮਨ ਨੂੰ ਬਿਠਾਇਆ ਹੋਇਆ ਅੱਗੇ। ਹੋਰ ਕਰਮ ਕਰਦਾ ਹੈ। ਕਰਮ ਜ਼ਰੂਰ ਕਰਦਾ ਹੈ ਤੂੰ, ਕਰਮ ਜ਼ਰੂਰ ਕਰਦਾ ਹੈ ਪਰ ਮਨ ਦੇ ਪਿੱਛੇ ਲੱਗ ਕੇ ਕਰਮ ਕਰਦਾ ਹੈ। ਔਰ ਹੰਕਾਰ ਆ ਤੇਰੇ ਅੰਦਰ, ਹੰਕਾਰ ਦੇ ਨਾਲ ਕਰਮ ਕਰਦਾ ਹੈ। ਤੂੰ ਆਪਣੇ ਆਪ ਨੂੰ ਜਿਹੜਾ ਹੈਗਾ ਸਮਝਦਾ ਹੈ ਵੀ ਮੈਂ ਇਹ ਸਰੀਰ ਹੀ ਹੈਗਾ। ਮੈਂ ਆਹੀ ਮੇਰੇ ਵਾਸਤੇ ਆਹੀ ਜਿਹੜਾ ਹੈਗਾ ਸਮਾਂ ਜਿੰਨਾ ਕੁ ਮੈਨੂੰ ਨਿਰਧਾਰਿਤ ਮੇਰੀ ਉਮਰ ਜਿੰਨੀ ਕੁ ਹੈ ਬਸ ਉਹਦੇ ਵਾਸਤੇ ਹੀ ਮੈਂ ਆਇਆ ਦੁਨੀਆ ਦੇ ਵਿੱਚ। ਇਸ ਕਰਕੇ ਤੂੰ ਵਿਛੜਿਆ ਹੋਇਆ ਹੈ। ਅਨਕ ਜਨਮ ਵਿਛੜੇ ਦੁੱਖ ਪਾਇਆ ਅਤੇ ਹੁਣ ਵੀ ਦੁੱਖ ਪਾਏਗਾ ਔਰ ਅੱਗੇ ਵੀ ਪਾਏਗਾ ਜਦ ਤੱਕ ਤੂੰ ਜਿਹੜਾ ਹੈਗਾ ਇਸ ਗੱਲ ਦੇ ਉੱਤੇ ਧਿਆਨ ਨਹੀਂ ਦਿੰਦਾ। ਆਹ ਜਿਹੜਾ ਹੈਗਾ ਨੁਕਤਾ ਨਹੀਂ ਫੜਦਾ। ਮਨਮੁਖੇ ਇਹ ਮਨਮੁਖ ਵਾਲਾ ਨੁਕਤਾ ਨਹੀਂ ਫੜਦਾ। ਅਨਕ ਜਨਮ ਵਿਛੜੇ ਦੁੱਖ ਪਾਇਆ ਮਨਮੁਖੇ ਕਰਮ ਕਰੇ ਅਹੰਕਾਰੀ। ਸਾਧੂ ਪਰਸਤ ਹੀ ਪ੍ਰਭ ਪਾਇਆ ਗੋਬਿੰਦ ਸ਼ਰਨ ਤੁਮਾਰੀ। ਕਹਿੰਦੇ ਬਸ ਜਦ ਤੂੰ ਗੁਰਮੁਖ ਹੋ ਜਾਏਗਾ, ਜਦ ਤੂੰ ਸਾਧੂ ਨੂੰ ਪਰਸ ਲਏਗਾ, ਗੁਰੂ ਨੂੰ ਪਰਸ ਲਏਗਾ, ਬ੍ਰਹਮ ਗਿਆਨ ਲੈ ਲਏਗਾ, ਬ੍ਰਹਮ ਗਿਆਨ ਦੇ ਅਨੁਸਾਰ ਜਿਹੜਾ ਚੇਂਜ ਹੋ ਜਾਏਗਾ ਤੈਨੂੰ ਪਰਮਾਤਮਾ ਮਿਲ ਜਾਏਗਾ। ਇੰਨੀ ਕੁ ਗੱਲ ਹੈਗੀ, ਇੰਨੀ ਕੁ ਖੇਡ ਹੈਗੀ। ਅਨਕ ਜਨਮ ਵਿਛੜੇ ਦੁੱਖ ਪਾਇਆ ਮਨਮੁਖ ਕਰਮ ਕਰੇ ਅਹੰਕਾਰੀ। ਸਾਧੂ ਪਰਸਤ ਹੀ ਪ੍ਰਭ ਪਾਇਆ ਗੋਬਿੰਦ ਸ਼ਰਨ ਤੁਮਾਰੀ। ਔਰ ਮਾਲਕ ਦੀ ਸ਼ਰਨ ਵੀ ਮਿਲ ਗਈ। ਔਰ ਮਾਲਕ ਦੀ ਸ਼ਰਨ ਕਹਿੰਦੇ ਮੈਨੂੰ
ਮੈਨੂੰ ਜਿਹੜਾ ਹੈਗਾ ਮਾਲਕਾ ਦੇ ਹੁਣ ਮੈਨੂੰ ਜਿਹੜਾ ਹੈਗਾ ਮੈਨੂੰ ਜਿਹੜਾ ਹੈਗਾ ਇਹ ਮਨਮੁਖ ਅਤੇ ਗੁਰਮੁਖ ਜਿਹੜੀ ਗੱਲ ਹੈ ਕਿ ਮੈਨੂੰ ਸਮਝ ਨਹੀਂ ਆਈ, ਇਹਦੀ ਮੈਨੂੰ ਸੋਝੀ ਦਿਓ। ਮੈਂ ਤੁਹਾਡੀ ਸ਼ਰਨ ਦੇ ਵਿੱਚ ਹੈਗਾ ਹਾਂ, ਔਰ ਇਹ ਗੁਰੂ ਨੂੰ ਪਰਸ ਕੇ ਸੁੱਖ ਕਿਵੇਂ ਪਾਉਣਾ ਹੈ, ਕਿਵੇਂ ਤੁਹਾਨੂੰ ਤੁਹਾਡੇ ਨੇੜੇ, ਕਿਵੇਂ ਤੁਹਾਨੂੰ ਜਿਹੜਾ ਹੈਗਾ ਮੈਂ ਤੁਹਾਨੂੰ ਮਿਲਣਾ ਹੈਗਾ, ਕਿਵੇਂ ਮੇਰੀ ਇਹ ਯਾਤਰਾ ਜਿਹੜੀ ਹੈਗੀ ਆ ਇਹਦਾ ਜਿਹੜਾ ਹੈਗਾ ਇਹਦਾ ਭੋਗ ਪੈਣਾ ਹੈ। ਅਨਕ ਜਨਮ ਵਿਛੜੇ ਦੁਖ ਪਾਇਆ, ਮਨ ਮੁਕੇ ਕਰਮ करे अहंकारी, साधु परसत ही प्रभ पाया, गोविंद शरण तुम्हारी। ਗੋਬਿੰਦ ਪ੍ਰੀਤ ਲਗੀ ਅਤ ਪਿਆਰੀ। ਕਹਿੰਦੇ ਇਹਦੇ ਵਾਸਤੇ ਕਹਿੰਦੇ ਆ ਪਰਮਾਤਮਾ ਦੇ ਨਾਲ ਪ੍ਰੀਤ ਲੱਗਣੀ ਚਾਹੀਦੀ ਆ, ਔਰ ਬਹੁਤ ਪਿਆਰੀ ਪ੍ਰੀਤ ਲੱਗਣੀ ਚਾਹੀਦੀ, ਬਹੁਤ ਗੂੜਾ ਪਿਆਰ ਹੋਣਾ ਚਾਹੀਦਾ ਮਾਲਕ ਪਰਮਾਤਮਾ ਦੇ ਨਾਲ। ਜਬ ਸਤ ਸੰਗ ਪਾਏ ਸਾਧੂ ਜਨ, ਹਿਰਦੇ ਮਿਲਿਆ ਸ਼ਾਂਤ ਮੁਰਾਰੀ। ਕਹਿੰਦੇ ਪ੍ਰੀਤ ਲੱਗਣੀ ਚਾਹੀਦੀ ਆ, ਔਰ ਸਤ ਸੰਗਤ ਹੋਣੀ ਚਾਹੀਦੀ ਆ, ਸਤ ਦੀ ਸੰਗਤ ਹੋਣੀ ਚਾਹੀਦੀ ਆ। ਜਬ ਸਤ ਸੰਗ ਪਾਏ ਸਾਧੂ ਜਨ, ਸਾਧੂ ਜਨਾਂ ਦੀ ਸੰਗਤ ਹੋਣੀ ਚਾਹੀਦੀ ਹੈ। ਕਿਹੜੇ ਸਾਧੂ ਜਨ? ਜਿਹੜੇ ਸੱਤ ਦੇ ਉੱਤੇ ਚੱਲ ਰਹੇ ਜਾਂ ਚੱਲੇ, ਉਹਨਾਂ ਦੀ ਸੰਗਤ ਹੋਣੀ ਚਾਹੀਦੀ ਹੈ। ਉਹਨਾਂ ਤੋਂ ਜਿਹੜੀ ਹੈਗੀ ਸੇਧ ਮਿਲਣੀ ਚਾਹੀਦੀ ਹੈ। ਉਹਨਾਂ ਨੇ ਕਿਵੇਂ ਜਿਹੜਾ ਹੈ ਮਨਮੁਖ ਤੋਂ ਗੁਰਮੁਖ 'ਚ ਸ਼ਿਫਟ ਹੋਏ ਆ, ਉਹ ਚੀਜ਼ ਉਹਨਾਂ ਤੋਂ ਸਿੱਖਣੀ ਪੈਣੀ ਹੈ ਤੈਨੂੰ। ਗੋਬਿੰਦ ਪ੍ਰੀਤ ਲਗੀ ਅਤ ਪਿਆਰੀ, ਜਬ ਸਤ ਸੰਗ ਪਾਏ ਸਾਧੂ ਜਨ, ਹਿਰਦੇ ਮਿਲਿਆ ਸ਼ਾਂਤ ਮੁਰਾਰੀ। ਉਹ ਸ਼ਾਂਤ ਮੁਰਾਰੀ ਹਿਰਦੇ 'ਚ ਆਟੋਮੈਟਿਕਲੀ ਮਿਲ ਜੂਗਾ, ਤੈਨੂੰ ਪ੍ਰਗਟ ਹੋ ਜਾਏਗਾ, ਤੇਰੇ ਹਿਰਦੇ 'ਚ ਪ੍ਰਗਟ ਹੋ ਜਾਏਗਾ। ਉਹ ਮਾਲਕ ਪਰਮਾਤਮਾ ਤੇਰੇ ਹਿਰਦੇ ਦੇ ਵਿੱਚ ਪ੍ਰਗਟ ਹੋ ਜਾਏਗਾ। ਨਵੇਂ ਆਈ ਸਾਧ ਸੰਗਤ ਜੀ, ਅਸੀਂ ਜਿਹੜੇ ਹੈਗੇ 607 ਅੰਗ ਤੋਂ ਗਿਆਨ ਲੈ ਰਹੇ ਹਾਂ ਜੀ, ਔਰ ਚੌਥੀ ਪਾਤਸ਼ਾਹੀ ਦਾ ਸ਼ਬਦ ਹੈ, 2 ਤੁਕੇ। ਸੋਠਮਾਲਾ ਚੌਥਾ, ਅਨਕ ਜਨਮ ਵਿਛੜੇ ਦੁੱਖ ਪਾਇਆ, ਮਨ ਮੁਖੇ ਕਰਮ ਕਰੇ ਅਹੰਕਾਰੀ। ਅਨੇਕਾਂ ਜਨਮ ਜਦ ਦੀ ਸ੍ਰਿਸ਼ਟੀ ਬਣੀ ਆ, ਤਦ ਦੇ ਜਿਹੜੇ ਹੈਗੇ ਆਪਾਂ ਭਟਕ ਰਹੇ ਹਾਂ, ਤਦ ਦੇ ਭਟਕ ਰਹੇ ਹਾਂ। ਅਨਕ ਜਨਮ ਵਿਛੜੇ ਦੁੱਖ ਪਾਇਆ, ਮਨ ਮੁਖੇ ਕਰਮ ਕਰੇ ਅਹੰਕਾਰੀ। ਕਿਉਂ? ਕਿਉਂਕਿ ਅਸੀਂ ਮਨ ਦੇ ਪਿੱਛੇ ਚੱਲ ਰਹੇ ਹਾਂ, ਕਰਮ ਕਰ ਰਹੇ ਹਾਂ। ਜੋ ਵੀ ਦੁਨੀਆ ਦੇ ਵਿੱਚ ਜਿਹੜੇ ਸਵਾਸ ਜਿੱਥੇ ਵੀ ਲਗਾ ਰਹੇ ਹਾਂ, ਮਨ ਦੇ ਪਿੱਛੇ ਆਖੇ ਲੱਗ ਕੇ ਲਗਾ ਰਹੇ ਹਾਂ, ਔਰ ਹੰਕਾਰ ਦੇ ਨਾਲ ਲਗਾ ਰਹੇ ਹਾਂ। ਆਪਾਂ ਨੂੰ ਹੰਕਾਰ ਆ, ਆਪਣਾ ਹੰਕਾਰ ਆ ਆਪਾਂ ਨੂੰ। ਸਾਧੂ ਪਰਸਤ ਹੀ ਪ੍ਰਭ ਪਾਇਆ, ਗੋਬਿੰਦ ਸ਼ਰਨ ਤੁਮਾਰੀ। ਔਰ ਜਦ ਆਪਾਂ ਗੁਰੂ ਸਹੀ ਗਾਈਡ, ਸਹੀ ਸੱਤ ਦਾ ਸੰਗ ਜਿਹੜਾ ਹੋ ਗਿਆ, ਤੇ ਪਰਮਾਤਮਾ ਮਿਲ ਜਾਣਾ ਹੈ। ਉਹਦੇ ਵਾਸਤੇ ਜਿਹੜਾ ਹੈਗਾ ਮਾਲਕ ਪਰਮਾਤਮਾ ਨੂੰ ਬੇਨਤੀ ਕਰਨੀ ਪੈਣੀ ਹੈ, ਭਾਈ ਵੀ ਮਾਲਕਾ ਮੈਂ ਤੇਰੀ ਸ਼ਰਨ ਦੇ ਵਿੱਚ ਹਾਂ, ਮੈਂ ਆਪਣੀ ਮੱਤ ਛੱਡੀ, ਮੈਂ ਤੈਨੂੰ ਮਿਲਣਾ ਚਾਹੁੰਦਾ ਹਾਂ ਮਾਲਕਾ, ਮੈਂ ਤੈਨੂੰ ਮਿਲਣਾ ਚਾਹੁੰਦਾ। ਮੈਨੂੰ ਮਿਲਾ, ਮੈਨੂੰ ਸੱਤ ਦਾ ਸੰਗ ਦੇ, ਮੈਨੂੰ ਸਤ ਸੰਗ ਦੇ, ਮੈਨੂੰ ਸਤ ਸੰਗਤ ਦੇ, ਮੈਨੂੰ ਸਾਧੂ ਜਨਾਂ ਦੀ ਸੰਗਤ ਦੇ, ਮੈਨੂੰ ਗੁਰੂ ਦੀ ਸੰਗਤ ਦੇ, ਮੈਨੂੰ ਬ੍ਰਹਮ ਗਿਆਨ ਦੇ, ਮੈਨੂੰ ਸਾਧੂ ਪਰਸਤੀ ਪ੍ਰਭ ਪਾਇਆ, ਔਰ ਮਾਲਕ ਮਿਲ ਜਾਣਾ ਹੈ ਭਾਈ। ਗੋਬਿੰਦ ਸ਼ਰਨ ਤੁਮਾਰੀ। ਗੋਬਿੰਦ ਪ੍ਰੀਤ ਲਗੀ ਅਤ ਪਿਆਰੀ। ਉਹਦੇ ਨਾਲ ਪਿਆਰ ਪੈ ਜਾਣਾ ਹੈ ਮਾਲਕ ਪਰਮਾਤਮਾ ਦੇ ਨਾਲ। ਜਿਵੇਂ ਮੱਛੀ ਪਾਣੀ ਤੋਂ ਬਗੈਰ ਨਹੀਂ ਰਹਿ ਸਕਦੀ, ਇਵੇਂ ਜਿਹੜਾ ਹੈਗਾ ਹਰ ਜਨ ਪਰਮਾਤਮਾ ਤੋਂ ਬਗੈਰ ਨਹੀਂ ਰਹਿੰਦਾ। ਓਨਾ ਪਿਆਰ ਪੈ ਜਾਂਦਾ ਹੈ, ਬਬੀਏ ਵਾਲਾ, ਚਾਤਰਿਕ ਵਾਲਾ ਪਿਆਰ ਪੈ ਜਾਂਦਾ ਹੈ। ਗੋਬਿੰਦ ਪ੍ਰੀਤ ਲਗੀ ਅਤ ਪਿਆਰੀ, ਅਤ ਪਿਆਰੀ, ਅਤ ਪਿਆਰੀ। ਜਬ ਸਤਸੰਗ ਪਾਏ ਸਾਧੂ ਜਨ, ਹਿਰਦੇ ਮਿਲਿਆ ਸ਼ਾਂਤ ਮੁਰਾਰੀ। ਜਦ ਜਿਹੜਾ ਹੈਗਾ ਸਤ ਸੰਗਤ ਮਿਲ ਗਈ, ਸਾਧੂ ਜਨਾਂ ਦੀ ਸੰਗਤ ਮਿਲ ਗਈ, ਸੱਤ ਦੀ ਸੰਗਤ, ਸੱਤ ਦੇ ਉੱਤੇ ਜਿਹੜੇ ਚੱਲ ਰਹੇ। ਮਨ ਜਿਹੜਾ ਹੈ ਝੂਠ ਤੇ ਚੱਲਦਾ ਹੈ, ਮਨ ਦੀ ਸੰਗਤ ਝੂਠੀ ਹੈਗੀ। ਸੱਤ ਦੀ ਸੰਗਤ ਚਾਹੀਦੀ ਹੈ, ਗੁਰੂ ਦੀ ਸੰਗਤ ਚਾਹੀਦੀ। ਜਬ ਸਤਸੰਗ ਭਏ ਸਾਧੂ ਜਨ, ਹਿਰਦੇ ਮਿਲਿਆ ਸ਼ਾਂਤ ਮੁਰਾਰੀ। ਉਹ ਸ਼ਾਂਤ, ਹਿਰਦਾ ਸ਼ਾਂਤ ਹੋ ਗਿਆ, ਮੁਰਾਰੀ ਮਿਲ ਗਿਆ ਹਿਰਦੇ 'ਚ। ਰਹਾ ਹੋ ਤੂੰ ਹਿਰਦੇ ਗੁਪਤ ਵਸੈ ਦਿਨ ਰਾਤੀ, ਤੇਰਾ ਭਾਵ ਨਾ ਬੁਝੇ ਗਵਾਰੀ। ਕਹਿੰਦੇ ਤੂੰ ਇਹ ਹਿਰਦੇ ਦੇ ਵਿੱਚ ਆ,
ਅੰਦਰ ਇਨਸਾਨ ਦੇ ਹਿਰਦੇ ਦੇ ਵਿੱਚ ਮਾਲਕ ਹਮੇਸ਼ਾ ਗੁਪਤ ਰੂਪ ਦੇ ਵਿੱਚ ਹਮੇਸ਼ਾ ਹਰ ਟਾਈਮ ਹੈਗਾ। ਆਪਣੇ ਹਿਰਦੇ ਦੇ ਵਿੱਚ ਆਪਣੇ ਅੰਦਰ ਉਹ ਮਾਲਕ ਪਰਮਾਤਮਾ ਹਰ ਟਾਈਮ ਹੈਗਾ। ਆਪਾਂ ਕਦੀ ਵੀ ਇਕੱਲੇ ਨਹੀਂ ਹੈਗੇ। ਤੂੰ ਹਿਰਦੇ ਗੁਪਤ ਵਸੈ ਦਿਨ ਰਾਤੀ, ਦਿਨ ਰਾਤ ਵਸ ਰਿਹਾ ਮਾਲਕ ਪਰਮਾਤਮਾ। ਉਹ ਕਹਿੰਦਾ ਕਦੀ ਤਾਂ ਸ਼ਿਫਟ ਹੋਏਗਾ, ਕਦੀ ਤਾਂ ਮਨ ਦਾ ਅੱਖਾ ਜਿਹੜਾ ਹੈਗਾ ਛੱਡੇਗਾ, ਕਦੀ ਤਾਂ ਗੁਰੂ ਦੀ ਮੱਤ ਲੈ ਲੇਗਾ, ਕਦੀ ਤਾਂ ਸੱਤ ਦਾ ਸੰਗ ਕਰ ਲਏਗਾ, ਕਦੀ ਤਾਂ ਸਾਧੂ ਜਨਾਂ ਦੀ ਗੱਲ ਮੰਨ ਲਏਗਾ। ਤੂੰ ਹਿਰਦੇ ਗੁਪਤ ਵਸੈ ਦਿਨ ਰਾਤੀ, ਤੇਰਾ ਭਾਵ ਨਾ ਬੁਝੇ ਗਵਾਰੀ। ਤੇਰੇ ਨਾਲ ਪਿਆਰ ਹੀ ਨਹੀਂ ਪਾਉਂਦੇ, ਐਸੇ ਗਵਾਰ ਹੈਗੇ। ਮਾਲਕ ਜਿਹੜਾ ਹੈਗਾ ਅੰਦਰ ਬੈਠਾ ਹੈ, ਸਭ ਤੋਂ ਜਿਹੜਾ ਹੈਗਾ ਆਪਣਾ ਸਗਾ ਅੰਦਰ ਬੈਠਾ ਹੋਇਆ, ਔਰ ਆਪਾਂ ਉਹਦੇ ਨਾਲ ਪਿਆਰ ਹੀ ਨਹੀਂ ਹੈ। ਭਾਵ ਦਾ ਮਤਲਬ ਪਿਆਰ ਤੇ ਭਰੋਸਾ, ਇਹ ਗੱਲ ਤੇ ਵਿਸ਼ਵਾਸ ਹੀ ਨਹੀਂ ਹੈਗਾ। ਆਪਾਂ ਬਾਹਰ ਤੁਰੇ ਫਿਰਦੇ ਮਨ ਦੇ ਆਖੇ ਲੱਗ ਕੇ। ਤੂੰ ਹਿਰਦੇ ਗੁਪਤ ਵਸੈ ਦਿਨ ਰਾਤੀ, ਇੱਥੋਂ ਤਾਂ ਹਿੱਲਣ ਨੂੰ ਹੀ ਦਿਲ ਨਹੀਂ ਕਰਦਾ। ਆਹ ਗੱਲ ਤਾਂ ਆਪਾਂ ਕਦੀ ਵੀ ਇਹ ਗੱਲ ਨੂੰ ਆਪਾਂ ਨੇ ਆਪਣੇ ਅੰਦਰ ਜਿਹੜਾ ਹੈਗਾ ਇਹਨੂੰ ਵਸਾਇਆ ਹੀ ਨਹੀਂ। ਇਸ ਗੱਲ ਨੂੰ ਆਹ ਵਿਸ਼ਵਾਸ ਗੁਰੂ ਦੇ ਬੋਲ ਦੇ ਉੱਤੇ, ਆਪਣੇ ਗੁਰੂ ਗਾਈਡ ਦੇ ਬੋਲ ਦੇ ਉੱਤੇ ਆਪਾਂ ਕਦੀ ਵੀ ਈਮਾਨ ਹੀ ਨਹੀਂ ਲਿਆਂਦਾ, ਕਦੀ ਇਮਾਨਦਾਰੀ ਦਿਖਾਈ ਹੀ ਨਹੀਂ ਆਪਾਂ ਨੇ। ਵੀਰ ਜੀ ਤੇਰਾ ਭਾਵ ਨਾ ਬੁਝਿਆ ਗਵਾਰੀ, ਇਹਦਾ ਮਤਲਬ ਇਹ ਤਾਂ ਨਹੀਂ ਕਿਤੇ ਵੀ ਉਹਦਾ ਪਿਆਰ ਸਾਨੂੰ ਕਿੰਨਾ, ਇਹ ਤਾਂ ਸਾਨੂੰ ਪਤਾ ਹੀ ਨਹੀਂ। ਜਿਵੇਂ ਕਹਿੰਦੇ ਨਾ ਵੀ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹਲੇ। ਉਹਦਾ ਪਿਆਰ ਤਾਂ ਵੀਰ ਜੀ ਉਹ ਤਾਂ ਅੰਦਰ ਬੈਠਾ ਹੋਇਆ ਆ ਕੇ। ਨਹੀਂ ਮਤਲਬ ਕਹਿਣ ਦਾ ਇਹ ਵੀ ਤੁਸੀਂ ਤੇਰੇ ਅੰਦਰ ਵਸਦਾ, ਵੀ ਤੈਨੂੰ ਪਤਾ ਨਹੀਂ ਵੀ ਤੇਰੇ ਨਾਲੋਂ ਵੀ ਵੱਧ ਤੈਨੂੰ ਪਿਆਰ ਕਰਦਾ, ਤੇ ਤੂੰ ਉਹਦੇ ਵੱਲ ਧਿਆਨ ਦੇ। ਹਾਂ ਉਹ ਤਾਂ ਵੀਰ ਜੀ ਪਿਓ ਹੈਗਾ ਆਪਣਾ। ਉਹ ਤਾਂ ਆਪਾਂ ਬੱਚੇ ਹੈਗੇ। ਦੇਖੋ ਬੱਚੇ ਨੂੰ ਪਿਓ ਕਿੰਨਾ ਛੋਟਾ ਬੱਚਾ ਹੈ, ਬੱਚੇ ਨੂੰ ਕਿਸ ਤਰ੍ਹਾਂ ਪਿਓ ਚੁੱਕ ਕੇ ਰੱਖਦਾ ਹਰ ਟਾਈਮ। ਉਹਨੇ ਤਾਂ ਚੁੱਕਿਆ ਹੋਇਆ ਆਪਾਂ ਨੂੰ ਹਮੇਸ਼ਾ। ਤੂੰ ਹਿਰਦੇ ਗੁਪਤ ਵਸੈ ਦਿਨ ਰਾਤੀ, ਤੇਰਾ ਭਾਵ ਨਾ ਬੁਝੇ ਗਵਾਰੀ। ਬਸ ਕਹਿੰਦੇ ਤੇਰਾ ਪਿਆਰ ਜਿਹੜਾ, ਤੂੰ ਜਿੰਨਾ ਪਿਆਰ ਕਰਦਾ, ਸਹੀ ਹੈ ਤੁਹਾਡੀ ਗੱਲ, ਵਾਈਸ ਵਰਸਾ ਹੈਗਾ ਭਾਈ। ਪਰ ਮਾਲਕ ਤਾਂ ਇੱਕ ਪਾਸਿਓਂ ਲੱਗਿਆ। ਮਾਲਕ ਨੂੰ ਤਾਂ ਸਾਰੇ ਹੀ ਪਿਆਰੇ ਆ, ਕਿਉਂਕਿ ਜੋਤਾਂ ਤਾਂ ਉਹਦੀਆਂ ਹੈਗੀਆਂ। ਜੇ ਪਿਆਰੇ ਇੰਨਾ ਮਾਲਕ ਚਾਹੁੰਦਾ ਤੇ ਫਿਰ ਤਾਂ ਆਪਣੇ ਨਾਲ ਹੀ ਰੱਖਦਾ। ਉਹ ਫਿਰ ਖੇਡ ਕਿਉਂ ਕਰਦਾ ਮਾਲਕ ਪਰਮਾਤਮਾ? ਹਾਂਜੀ ਵੀਰ ਜੀ, ਫਿਰ ਆ ਖੇਡ। ਹਾਂਜੀ ਠੀਕ ਹੈ ਨਾ, ਪੁਆਇੰਟ ਹੈ ਭਾਈ। ਜਬ ਸਤਸੰਗ ਪਏ ਸਾਧੂ ਜਨ, ਹਿਰਦੇ ਮਿਲਿਆ ਸ਼ਾਂਤ ਮੁਰਾਰੀ ਰਹਾਓ। ਤੂੰ ਹਿਰਦੇ ਗੁਪਤ ਵਸੈ ਦਿਨ ਰਾਤੀ, ਤੇਰਾ ਭਾਵ ਨਾ ਬੁਝੇ ਗਵਾਰੀ। ਆਪਾਂ ਨਹੀਂ ਬੁਝਦੇ ਪਾਏ, ਗਵਾਰ ਤਾਂ ਆਪਾਂ ਹੈਗੇ ਆ। ਆਪਾਂ ਗਵਾਰ ਹੈਗੇ, ਗਵਾਰ ਕਹਿ ਰਹੇ ਮਹਾਰਾਜ, ਬੁੱਝਣ ਵਾਲੇ ਤਾਂ ਆਪਾਂ ਹੈਗੇ। ਉਹ ਕੌਰ ਜੀ ਆਪਣਾ ਮਾਈਕ ਬੰਦ ਕਰ ਦਿਓ ਪਲੀਜ਼। ਦੇਖੋ ਤੁਹਾਡੀ ਸਾਨੂੰ ਆਵਾਜ਼ ਆ ਰਹੀ ਹੈ, ਸਾਰੀ ਸੰਗਤ ਡਿਸਟਰਬ ਹੋ ਗਈ। ਇੱਕ ਮਿੰਟ ਜੀ ਮੈਂ ਹੀ ਕਰ ਦੇਣਾ ਜੀ। ਇਹ ਤਾਂ ਬੀਬੀਆਂ ਹੈਗੀਆਂ, ਬੀਬੀਆਂ ਨੇ ਤਾਂ ਧਿਆਨ ਆਪਣੀਆਂ ਗੱਲਾਂ 'ਚ ਲਾਉਣਾ। ਕੌਰ ਹਾਂਜੀ ਹੋ ਗਿਆ ਜੀ। ਇੱਕ ਮਿੰਟ ਦੀ ਰੁਕਾਵਟ ਪਾਤੀ ਆ ਤੁਸੀਂ, ਨਾਲੇ ਜਿੱਥੇ ਚੱਲ ਰਹੇ ਸੀ ਉੱਥੋਂ ਫਿਰ ਹਟਾਤਾ ਤੁਹਾਨੂੰ। ਚੰਗੀ ਗੱਲ ਹੈ, ਹੋਰ ਦੁਬਾਰਾ ਡਿਸਕਸ ਕਰ ਲਾਂਗੇ ਜੀ। ਇਹ ਗੋਬਿੰਦ ਪ੍ਰੀਤ ਲਗੀ ਅਤ ਪਿਆਰੀ, ਜਬ ਸਤਸੰਗ ਭਏ ਸਾਧੂ ਜਨ, ਹਿਰਦੇ ਮਿਲਿਆ ਸ਼ਾਂਤ ਮੁਰਾਰੀ ਰਹਾਓ। ਤੂੰ ਹਿਰਦੇ ਗੁਪਤ ਵਸੈ ਦਿਨ ਰਾਤੀ, ਤੇਰਾ ਭਾਵ ਨਾ ਬੁਝੇ ਗਵਾਰੀ। ਬਸ ਕਹਿੰਦੇ ਤੇਰਾ ਭਰੋਸਾ ਹੀ ਨਹੀਂ ਹੈਗਾ। ਆਪਾਂ ਦੇਖੋ ਕਦੀ ਆਪਾਂ ਕਹਿੰਦੇ ਮੈਂ ਤਾਂ ਇਕੱਲਾ ਆਇਆ ਜੀ, ਮੈਂ ਤਾਂ ਇਕੱਲਾ ਆਇਆ ਜੀ। ਬਾਣੀ ਤਾਂ ਕਹਿ ਰਹੀ ਤੂੰ ਗਵਾਰ ਹੈ ਜੇ ਤੂੰ ਕਹਿੰਦਾ ਹੈ ਇਕੱਲਾ ਆ। ਤੇ ਜੇ ਤੂੰ ਕਹਿੰਦਾ ਇਕੱਲਾ ਆ, ਤੂੰ ਗਵਾਰ ਹੈਗਾ ਆ। ਤੂੰ ਹਿਰਦੇ ਗੁਪਤ ਵਸੈ ਦਿਨ ਰਾਤੀ, ਤੇਰਾ ਭਾਵ ਨਾ ਬੁਝੇ ਗਵਾਰੀ। ਸਤਿਗੁਰ ਪੁਰਖ ਮਿਲਿਆ ਪ੍ਰਭ ਪ੍ਰਗਟਿਆ, ਗੁਣ ਗਾਵੇ ਗੁਣ ਵਿਚਾਰੀ। ਲਓ ਦੇਖ ਲਓ ਭਾਈ, ਮਿਲ ਗਿਆ ਗਾਈਡ, ਮਿਲ ਗਿਆ ਗੁਰੂ, ਗਿਆਨ ਮਿਲ ਗਿਆ। ਆਹ ਗੁਰੂ ਆਪਾਂ ਨੂੰ ਚੌਥੀ ਪਾਤਸ਼ਾਹੀ ਕੀ ਦੱਸ ਰਹੀ ਹੈ? ਕਹਿੰਦੇ ਤੂੰ ਇਕੱਲਾ ਨਹੀਂ ਹੈਗਾ ਗਵਾਰ, ਤੇਰੇ ਅੰਦਰ ਉਹ ਮਾਲਕ ਬੈਠਾ ਹੋਇਆ, ਤੇਰੇ ਅੰਦਰ ਉਹ ਮਾਲਕ ਬੈਠਾ ਹੋਇਆ।
ਸਤਿਗੁਰ ਪੁਰਖ ਮਿਲਿਆ, ਪ੍ਰਭ ਪ੍ਰਗਟਿਆ। ਸਤਿਗੁਰ ਪੁਰਖ ਆ, ਸਤਿਗੁਰੂ ਵੀ ਪੁਰਖ ਆ, ਬ੍ਰਹਮ ਗਿਆਨੀ ਪੁਰਖ ਹੈਗੇ, ਉਹ ਮਾਲਕ ਪੁਰਖ ਹੈਗਾ। ਇੱਕ ਉਹ ਪੁਰਖ ਸਬਾਈ ਨਾਰ, ਪਰ ਜਿਹੜੇ ਉਹਦੀ ਭਗਤੀ ਕਰਦੇ ਆ, ਜਿਹੜੇ ਸੱਤ ਦਾ ਸੰਗ ਕਰਦੇ ਆ, ਉਹ ਵੀ ਪੁਰਖ ਹੋ ਜਾਂਦੇ ਆ। ਸਤਿਗੁਰ ਪੁਰਖ ਮਿਲਿਆ, ਪ੍ਰਭ ਪ੍ਰਗਟਿਆ, ਗੁਣ ਗਾਵੇ ਗੁਣ ਵਿਚਾਰੀ। ਫਿਰ ਉਹ ਗੁਣਾਂ ਦਾ ਧਾਰਨੀ ਹੋ ਜਾਂਦਾ ਹੈ, ਗੁਣਾਂ ਨੂੰ ਵਿਚਾਰਦਾ ਹੈ, ਆਪਣੇ ਆਪ ਨੂੰ ਵਿਚਾਰਦਾ ਹੈ, ਆਪਣੇ ਅਵਗੁਣ ਦੇਖਦਾ ਹੈ। ਗੁਰਮੁਖੇ ਪ੍ਰਗਾਸ ਪਾਇਆ ਸ਼ਾਂਤ ਆਈ, ਦੁਰਮਤ ਬੁੱਧ ਨਿਵਾਰੀ। ਆ ਲਓ ਸ਼ਿਫਟ ਹੋ ਗਿਆ ਜੀ। ਉੱਪਰ ਕੀ ਕਿਹਾ ਸੀਗਾ? ਉੱਪਰ ਮਨਮੁਖ ਦੀ ਗੱਲ ਹੋਈ ਸੀ। ਪ੍ਰੋਬਲਮ ਇੱਥੇ ਹੈਗੀ ਆ, ਆਪਾਂ ਇੱਥੇ ਵਾਪਸ ਆਉਣਾ ਹੈ। ਅਨਕ ਜਨਮ ਵਿਛੜੇ ਦੁੱਖ ਪਾਇਆ, ਮਨਮੁਖ ਕਰਮ ਕਰੇ ਅਹੰਕਾਰੀ। ਇਹਨੂੰ, ਇਸ ਚੀਜ਼ ਨੂੰ ਆਪਾਂ ਯਾਦ ਰੱਖੀਏ ਵੀ ਆਪਾਂ ਕਿਉਂ ਵਿਛੜੇ ਹੋਏ ਹਾਂ, ਕਿਉਂ ਦੁੱਖ ਪਾ ਰਹੇ ਹਾਂ। ਮਨਮੁਖ ਕਰਮ ਕਰੇ ਅਹੰਕਾਰੀ। ਹੁਣ ਇੱਥੇ ਦੇਖ ਲਓ ਸ਼ਿਫਟ ਹੋ ਗਏ। ਚਿਚਰੇ ਮਨ ਲਹਿਰੀ ਵਿੱਚ, ਹਾਂ, ਜਿਚਰੇ ਮਨ ਲਹਿਰੀ ਵਿੱਚ ਹੈ ਹਉਮੈ ਬਹੁਤ ਅਹੰਕਾਰ। ਸ਼ਬਦੇ ਸਾਧ ਨਾ ਆਵਈ, ਨਾਮ ਨਾ ਲਗੇ ਪਿਆਰ। ਸੇਵਾ ਥਾਏ ਨਾ ਪਵੈ ਤਿਸਕੀ, ਖਪ ਖਪ ਹੋਏ ਖੁਆਰ। ਨਾਨਕ ਸੇਵਕ ਸੋਈ ਆਖੀਏ, ਜੋ ਸਿਰ ਧਰੇ ਉਤਾਰ। ਸਤਿਗੁਰ ਕਾ ਭਾਣਾ ਮੰਨ ਲੈ, ਸ਼ਬਦ ਰੱਖੇ ਉਤਾਰ। ਗੁਰਮੁਖ ਪ੍ਰਗਾਸ ਭਇਆ ਸ਼ਾਂਤ ਆਈ, ਦੁਰਮਤ ਬੁੱਧ ਨਿਵਾਰੀ। ਇਹ ਕਹਿੰਦੇ ਭੈੜੀ ਬੁੱਧੀ ਸੀ ਤੇਰੀ ਪਾਏ, ਇਹ ਮਨ ਦੀ ਮੱਤ ਲੈ ਰਿਹਾ, ਇਹ ਤਾਂ ਭੈੜੀ ਬੁੱਧੀ ਆ। ਇਹ ਮਨ ਨੇ ਤਾਂ ਜਿਹੜਾ ਪਤੰਦਰ ਨੇ ਤਾਂ ਤੈਨੂੰ ਕਿੱਥੇ ਕਿੱਥੇ ਜਿਹੜਾ ਹੈਗਾ ਤੈਨੂੰ ਗਿੱਚੀ ਫੜ ਕੇ ਇਹਨੂੰ ਡੋਬ ਦੇਣਾ। ਤੈਨੂੰ ਜਿਵੇਂ ਕਿਸੇ ਨੂੰ ਜ਼ਬਰਦਸਤੀ ਗਿੱਚੀ ਫੜ ਕੇ ਡੋਬੀਏ, ਉਵੇਂ ਡੁੱਬਦਾ ਹੈ। ਗੁਰਮੁਖੇ ਪ੍ਰਗਾਸ ਭਇਆ ਸ਼ਾਂਤ ਆਈ, ਦੁਰਮਤ ਬੁੱਧ ਨਿਵਾਰੀ। ਕਹਿੰਦੇ ਭੈੜੀ ਮੱਤ ਵੀ ਚਲੀ ਗਈ। ਬਸ ਸਿਰਫ ਗੁਰੂ ਦੀ ਗੱਲ ਮੰਨੀ, ਗੁਰੂ ਤੋਂ ਪ੍ਰਗਾਸ ਮਿਲ ਗਿਆ, ਗੁਰੂ ਦਾ ਗਿਆਨ ਮਿਲ ਗਿਆ ਮੈਨੂੰ। ਗੁਰਮੁਖ ਪ੍ਰਗਾਸ ਭਇਆ ਸ਼ਾਂਤ ਆਈ, ਦੁਰਮਤ ਬੁੱਧ ਨਿਵਾਰੀ। ਆਤਮ ਬ੍ਰਹਮ ਚੀਨ ਸੁਖ ਪਾਇਆ। ਲਓ ਦੇਖ ਲਓ, ਆਤਮਾ ਦੇ ਵੀ ਦਰਸ਼ਨ ਹੋ ਗਏ। ਆਤਮ ਬ੍ਰਹਮ ਚੀਨ ਸੁਖ ਪਾਇਆ। ਆਤਮ ਬ੍ਰਹਮ ਚੀਨ ਲਿਆ, ਸੁਖੀ ਹੋ ਗਿਆ। ਸਤਸੰਗਤ ਪੁਰਖ ਤੁਮਾਰੀ, ਉਹ ਪੁਰਖ ਦੀ ਸਤਸੰਗਤ ਹੋ ਗਈ। ਉਹ ਮਾਲਕ ਪਰਮਾਤਮਾ ਦੀ ਜਿਹੜੇ ਪੁਰਖ ਹੈਗੇ ਉਹਨਾਂ ਦੀ ਵੀ ਸੰਗਤ ਹੋ ਗਈ। ਉੱਥੋਂ ਸ਼ਿਫਟ ਹੋਇਆ ਇਨਸਾਨ, ਉੱਥੋਂ ਜਿਹੜਾ ਸੱਤ ਦਾ ਸੰਗ ਹੋਇਆ। ਆਹ ਸੱਤ ਸੰਗਤ ਹੈਗੀ। ਫਿਰ ਪੁਰਖ ਹੈ, ਪੁਰਖ ਮਿਲਿਆ। ਹੁਣ ਇਹ ਵੀ ਪੁਰਖ ਹੋ ਗਿਆ ਭਾਈ, ਪੁਰਖ ਨੂੰ ਮਿਲ ਗਿਆ। ਹੁਣ ਉਸੇ ਵੇਲੇ ਸ਼ਿਫਟ ਕਰਤਾ ਮਹਾਰਾਜ ਨੇ। ਮੈਂ ਕਹਿੰਦਾ ਬਾਣੀ ਤੋਂ ਕੁਰਬਾਨ ਜਾਈਏ, ਬਾਣੀ ਤੋਂ, ਇਹ ਅੱਖਰਾਂ ਤੋਂ ਕੁਰਬਾਨ ਜਾਈਏ। ਪੁਰਖ ਹੈ, ਪੁਰਖ ਮਿਲਿਆ, ਗੁਰ ਪਾਇਆ। ਇਹਨੂੰ ਕਹਿੰਦੇ ਗੁਰੂ ਪਾਇਆ ਭਾਈ। ਗੁਰ ਪਾਇਆ, ਗੁਰੂ ਨੂੰ ਪਾਉਣ ਦੇ ਨਾਲ, ਸੱਤ ਦਾ ਸੰਗ ਕਰਨ ਦੇ ਨਾਲ। ਪੁਰਖ ਹੈ, ਪੁਰਖ ਮਿਲਿਆ ਗੁਰ ਪਾਇਆ। ਜਿਨ ਕੋ ਕਿਰਪਾ ਪਈ ਤੁਮਾਰੀ, ਜਿਨ੍ਹਾਂ ਨੂੰ ਕਿਰਪਾ ਹੋ ਗਈ ਭਾਈ, ਜਿਹੜੇ ਸ਼ਿਫਟ ਹੋ ਗਏ ਮਨਮੁਖ ਤੋਂ ਗੁਰਮੁਖ ਹੋ ਗਏ। ਮਨ ਦੇ ਕੋਲ ਜਿਨ੍ਹਾਂ ਨੇ ਚਾਰਜ ਲੈ ਲਿਆ। ਨਾਨਕ ਅਤੁਲ ਸਹਿਜ ਸੁਖ ਪਾਇਆ, ਅਨਦਿਨ ਜਾਗਤ ਰਹੇ ਬਨਵਾਰੀ। ਨਾਨਕ ਅਤੁਲ ਸਹਿਜ ਸੁਖ ਪਾਇਆ, ਕਹਿੰਦੇ ਤੋਲਿਆ ਹੀ ਨਹੀਂ ਜਾ ਸਕਦਾ। ਸਹਿਜ ਅਵਸਥਾ ਦੇ ਵਿੱਚ ਇੰਨਾ ਸੁਖ ਮਿਲ ਗਿਆ। ਔਰ ਅਨਦਿਨ ਸੁਚੇਤ ਜਿਹੜਾ ਹੈਗਾ, ਜਾਗਦੇ ਹੋਏ, ਅਨਦਿਨ ਜਾਗਤ ਰਹੇ ਬਨਵਾਰੀ। ਉਹ ਮਾਲਕ ਪਰਮਾਤਮਾ ਉਹਦੇ ਨਾਲ ਇੱਕਮਿਕ ਹੋ ਕੇ ਔਰ ਜਾਗਦੇ ਹੋਏ, ਦੋਨੋਂ ਜਿਹੜੇ ਹੁਣ ਪਿਓ ਪੁੱਤ ਜਿਹੜੇ ਹੈਗੇ ਇਕੱਠੇ ਹੀ ਰਹਿੰਦੇ ਆ, ਬਿਲਕੁਲ ਆਪਸ ਦੇ ਵਿੱਚ ਇੱਕਮਿਕ ਹੈਗੇ। ਹਾਂਜੀ, ਇਹ ਪਹਿਲਾ ਸੀਗਾ। ਆਪਾਂ ਨੇ ਤਿੰਨ ਹੈਗੇ ਮੇਰੇ ਖਿਆਲ, ਇਹ ਤਿੰਨੋਂ ਲਵਾਂਗੇ ਆਪਾਂ। ਅੱਜ ਥੋੜ੍ਹੇ ਜਿਹੇ ਲੇਟ ਹੋ ਜਾਵਾਂਗੇ, ਕੋਈ ਗੱਲ ਨਹੀਂ ਜੀ। ਹੁਣ ਆਪਾਂ ਇੱਕ ਸ਼ਬਦ ਹੋਰ ਲੈਂਦੇ ਹਾਂ।
ਇਹ ਪੰਜਵੀਂ ਪਾਤਸ਼ਾਹੀ ਦਾ ਹੈਗਾ ਮੇਰੇ ਖਿਆਲ ਸ਼ਬਦ, ਇਹ 750 ਅੰਗ ਦੇ ਉੱਤੇ ਹੈਗਾ। ਉਹ ਹੁੰਦਾ ਕਿ ਅਨਕ ਜਨਮ ਵਿਚਰਤ, ਅਨਕ ਜਨਮ ਵਿਚਰਤ, ਅਨਕ ਜਨਮ ਬਹੁ ਜੋਨੀ ਭਰਮਿਆ, ਬਹੁਰ ਬਹੁਰ ਦੁੱਖ ਪਾਇਆ। ਇਹ 207 ਅੰਗ ਦੇ ਉੱਤੇ ਹੈਗਾ, 207 ਅੰਗ ਦੇ ਉੱਤੇ। ਉਹ ਸ਼ੁਰੂ ਹੁੰਦਾ ਮਿਲਹੋ ਪਿਆਰੇ ਜੀਆ ਪ੍ਰਭ ਕੀਆ ਤੁਮਾਰਾ ਥੀਆ। ਇੱਥੇ ਅਨਕ ਜਨਮ ਬਹੁ ਜੋਨੀ ਭਰਮਿਆ, ਬਹੁਰ ਬਹੁਰ ਦੁੱਖ ਪਾਇਆ। ਇਹ ਜੀ ਕੱਢ ਲੈਣਾ ਸ਼ਬਦ। ਅੰਗ 207। ਗੌੜੀ ਮਹੱਲਾ ਪੰਜਵਾਂ। ਮਿਲਹੋ ਪਿਆਰੇ ਜੀਆ, ਮਿਲਹੋ ਮਿਲਹੋ ਪਿਆਰੇ ਜੀਆ। ਇਹ ਮੇਰੇ ਜੀਆ, ਇਹ ਮੇਰੇ ਜੀਆ, ਇਹ ਜੀਵ ਉਸ ਮਾਲਕ ਪਰਮਾਤਮਾ ਨੂੰ ਮਿਲ, ਉਸ ਮਾਲਕ ਪਰਮਾਤਮਾ ਨੂੰ ਮਿਲ, ਉਸ ਪਿਆਰੇ ਨੂੰ ਮਿਲ। ਉਹ ਤੇਰਾ ਪਿਆਰਾ ਤੇਰੇ ਅੰਦਰ ਆ। ਤੂੰ ਮਨ ਨੂੰ ਐਡਰੈਸ ਹੋ ਰਿਹਾ ਸ਼ਬਦ। ਮਿਲਹੋ ਪਿਆਰੇ ਜੀਆ ਦਾ ਮਤਲਬ ਮਨ, ਕਿਉਂਕਿ ਡਰਾਈਵਰ ਮਨ ਹੈ ਜੀ ਦਾ। ਮਿਲਹੋ ਪਿਆਰੇ ਜੀਆ ਪ੍ਰਭ ਕੀਆ ਤੁਮਾਰਾ ਥੀਆ। ਕਹਿੰਦੇ ਮੈਂ ਕਿਵੇਂ ਮਿਲਾਂ, ਮੈਂ ਕਿਵੇਂ ਮਿਲਾਂ ਮਾਲਕਾ? ਹੁੰਦਾ ਤਾਂ ਸਾਰਾ ਕੁਝ ਜੋ ਤੂੰ ਕਰਦਾ ਹੈ ਉਹ ਹੁੰਦਾ ਹੈ। ਮੇਰੀ ਕੀ ਜ਼ਰੂਰਤ ਹੈ ਮੈਂ ਤੈਨੂੰ ਮਿਲਾਂ? ਮਿਲਹੋ ਪਿਆਰੇ, ਮਿਲਹੋ ਪਿਆਰੇ ਜੀਆ ਪ੍ਰਭ ਕੀਆ ਤੁਮਾਰਾ ਥੀਆ ਰਹਾਓ। ਕਿਉਂ ਮਿਲਣਾ ਚਾਹੁੰਦਾ ਹੈ? ਅਨਕ ਜਨਮ ਬਹੁ ਜੋਨੀ ਭਰਮਿਆ, ਬਹੁਤ ਬਹੁਤ ਦੁੱਖ ਪਾਇਆ। ਮਾਲਕਾ ਬਹੁਤ 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 ਜੂਨਾ ਭਰਮ ਲਿਆ, ਬਹੁਤ ਜੂਨਾ ਭਰਮ ਲਿਆ। ਅਨੇਕਾਂ ਹੀ ਜਨਮ ਹੋ ਗਏ ਔਰ ਇੰਨੀਆਂ ਜੂਨਾਂ ਦੇ ਵਿੱਚ ਜਾ ਚੁੱਕਾ ਹੈ, ਜੂਨਾਂ ਵੀ ਨਹੀਂ ਗਿਣੀਆਂ ਜਾ ਸਕਦੀਆਂ, ਜਨਮ ਵੀ ਨਹੀਂ ਗਿਣੇ ਜਾ ਸਕਦੇ। ਅਨਕ ਜਨਮ ਤੇ ਅੱਗੇ ਬਹੁਤ ਜੋਨੀ ਭਰਮਿਆ। ਇੱਕ ਜੂਨ ਨਹੀਂ, ਬਹੁਤ ਬਹੁਤ ਜੂਨਾਂ 84 ਲੱਖ ਜੂਨਾਂ ਹੈਗੀਆਂ, ਪਤਾ ਨਹੀਂ ਕਿੰਨੀਆਂ ਕੁ ਭਰਮਿਆ ਮੈਂ, ਪਤਾ ਨਹੀਂ ਸਾਰੀਆਂ ਜੂਨਾਂ 'ਚ ਜਾ ਕੇ ਆ ਗਿਆ। ਅਨਕ ਜਨਮ ਬਹੁਤ ਜੋਨੀ ਭਰਮਿਆ, ਬਹੁਰ ਬਹੁਰ ਦੁੱਖ ਪਾਇਆ। ਬਾਰ ਬਾਰ ਕਹਿੰਦੇ ਬਾਰ ਬਾਰ ਦੁੱਖ ਪਾਉਣਾ ਹੈ, ਬਾਰ ਬਾਰ ਦੁੱਖ ਪਾਉਣਾ ਹੈ। ਤੁਮਰੀ ਕਿਰਪਾ ਤੇ ਮਾਨੁਖ ਦੇਹ ਪਾਈ ਹੈ, ਦੇਹੋ ਦਰਸ ਹਰ ਰਾਇਆ। ਮਾਲਕਾ ਦੇਖਾ ਮੌਕਾ ਤੇਰੀ ਕਿਰਪਾ ਦੇ ਨਾਲ ਤੂੰ ਦਿੱਤਾ ਹੈ ਮੈਨੂੰ ਚਾਂਸ। ਪਹਿਲਾਂ ਤਾਂ ਤੇਰਾ ਧੰਨਵਾਦ ਹੈ ਮਾਲਕਾ, ਤੂੰ ਮੈਨੂੰ ਆ ਦੇਹੀ ਦਿੱਤੀ ਆ, ਆ ਚਾਂਸ ਦਿੱਤਾ, ਆ ਬਾਰੀ ਦਿੱਤੀ ਆ। ਭਈ ਪਰ ਆਪਤ ਮਨੁੱਖ ਦੇ ਹੋ ਰੀਆ, ਗੋਬਿੰਦ ਮਿਲਣ ਕੀ ਤੇਰੀ ਬਰੀਆ। ਆਹ ਦੇਖ ਲਓ, ਤੁਮਰੀ ਕਿਰਪਾ ਤੇ ਮਨੁੱਖ ਦੇ ਪਾਈ ਹੈ, ਦੇਹੋ ਦਰ ਸਰ ਰਾਇਆ। ਮਾਲਕਾ ਹੁਣ ਆਹ ਬਾਰੀ ਵੇਸਟ ਨਾ ਹੋਏ ਮੇਰੀ, ਇਹਦੇ ਵਿੱਚ ਮੈਨੂੰ ਦਰਸ਼ਨ ਦੇ ਦਿਓ। ਮਾਲਕ ਤਾਂ ਅੰਦਰ ਬੈਠਾ ਹੈ, ਫਿਰ ਵੀ ਆਪਾਂ ਉਹਨੂੰ ਕਹਿ ਰਹੇ ਦਰਸ਼ਨ ਦੇ ਦਿਓ। ਕਿਉਂ? ਕਿਉਂਕਿ ਆਪਣਾ ਹੁਣ ਮਾਲਕ ਨੂੰ ਲੱਗੂਗਾ, ਮਾਲਕ ਨੂੰ ਬਈ ਇਹ ਮੈਨੂੰ ਮਿਲਣਾ ਚਾਹੁੰਦਾ ਹੈ। ਹੁਣ ਇਹਦੀ ਪੁਕਾਰ ਮੇਰੇ ਵੱਲ ਹੋ ਗਈ ਹੈ। ਪਹਿਲਾਂ ਇਹ ਮਾਇਆ ਵੱਲ ਸੀ, ਸੰਸਾਰ ਵੱਲ ਸੀਗਾ। ਪਹਿਲਾਂ ਸੰਸਾਰ ਵੱਲ ਸੀ, ਹੁਣ ਇਹ ਕਰਤਾਰ ਵੱਲ ਹੋ ਗਿਆ। ਤੁਮਰੀ ਕਿਰਪਾ ਤੇ ਮਾਨੁਖ ਦੇਹ ਪਾਈ ਹੈ, ਦੇਹੋ ਦਰਸ ਹਰ ਰਾਇਆ। ਸੋਈ ਹੋਆ ਜੋ ਤਿਸ ਭਾਣਾ, ਅਵਰ ਨਾ ਕਿਨਹੀ ਕੀਤਾ। ਹੋਣਾ ਉਹੀ ਆ ਜੋ ਮਾਲਕ ਨੂੰ ਪਾਉਂਦਾ ਹੈ ਭਾਈ। ਇਸ ਕਰਕੇ ਮਾਲਕ ਨੂੰ ਸੈਟਿਸਫਾਈ ਕਰਨਾ ਪਊਗਾ ਵੀ ਮਾਲਕਾ ਮੈਂ ਕੋਈ ਖਚਰ ਵਿਦਿਆ ਨਹੀਂ ਕਰ ਰਿਹਾ, ਮੈਂ ਤੈਨੂੰ ਚਾਹੁੰਦਾ ਆ, ਮੈਂ ਦਿਲੋਂ ਚਾਹੁੰਦਾ ਆ ਤੇਰੇ ਵੱਲ ਆਉਣਾ। ਡਿਊਅਲਟੀ ਨਾ ਕਰੋ ਭਾਈ। ਜੇ ਨਹੀਂ ਇੱਛਾ ਮਾਲਕ ਨੂੰ ਮਿਲਣ ਦੀ, ਮਾਇਆ ਦੀ ਹੈਗੀ, ਤੇ ਮਾਇਆ ਵੱਲ ਨੂੰ ਟੋਟਲੀ 100% ਹੋ ਜਾਓ। ਅਨਕ ਜਨਮ ਬਹੁ ਜੋਨੀ ਭਰਮਿਆ, ਬਹੁਰ ਬਹੁਰ ਦੁੱਖ ਪਾਇਆ। ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ, ਦੇਹੋ ਦਰਸ ਹਰ ਰਾਇਆ। ਸੋਈ ਹੋਆ ਜੋ ਤਿਸ ਭਾਣਾ, ਅਵਰ ਨਾ ਕਿਨਹੀ ਕੀਤਾ। ਕਹਿੰਦੇ ਹੋਰ ਕੋਈ ਕਰਨ ਵਾਲਾ ਨਹੀਂ ਹੈ, ਤੂੰ ਕਰਨਾ ਹੈ ਸਾਰਾ ਕੁਛ। ਕੰਟਰੋਲਰ
ਤੂੰ ਹੈਗਾ। ਰੱਸੀ ਤੇਰੇ ਹੱਥ ਦੇ ਵਿੱਚ ਹੈਗੀ। ਸਾਰੇ ਜਿਹੜੀ ਹੈਗੀ ਇਹ ਸਾਰੀ ਸੂਤ ਜਿਹੜੀ ਹੈਗੀ ਸਾਰਿਆਂ ਦੇ ਵਿੱਚ, ਸਾਰੀਆਂ ਕਠਪੁਤਲੀਆਂ ਦੇ ਵਿੱਚ ਜਿਹੜੀ ਸੂਤ ਘੁੰਮਦਾ ਹੈ, ਜਿਹੜਾ ਸਾਰੇ ਸੰਸਾਰ ਦੇ ਵਿੱਚ ਆਕਾਰ ਦੇ ਵਿੱਚ, ਉਹ ਤੇਰੇ ਕੋਲ ਆ, ਉਹਦਾ ਕੰਟਰੋਲ। ਸੋਈ ਹੋਆ ਜੋ ਤਿਸ ਭਾਣਾ ਅਵਰ ਨ ਕਿਨਹੀ ਕੀਤਾ। ਤੁਮਰੇ ਭਾਣੇ ਭਰਮ ਭਰਮ ਮੋਹ ਮੋਹਿਆ ਜਾਗਤ ਨਾਹੀ ਸੂਤਾ। ਕਹਿੰਦੇ ਤੇਰੇ ਭਾਣੇ ਦੇ ਵਿੱਚ, ਕਿਉਂਕਿ ਤੂੰ ਖੇਡ ਐਸੀ ਜ਼ਬਰਦਸਤ ਬਣਾਈ ਹੋਈ ਹੈ, ਇੰਨਾ ਚੋਗਾ ਸੁੱਟਿਆ ਹੋਇਆ, ਇੰਨਾ ਜਿਹੜਾ ਹੈਗਾ ਖਿੱਚ ਵਾਲਾ ਚੋਗਾ ਸੁੱਟਿਆ ਹੋਇਆ, ਇਸ ਕਰਕੇ ਤੂੰ ਜਿਹੜਾ ਭਰਮ ਪਾਇਆ ਸੀ, ਮੈਂ ਮੋਇਆ ਗਿਆ ਉਹਦੇ ਵਿੱਚ, ਤੇਰੇ ਭਾਣੇ ਦੇ ਵਿੱਚ, ਕਿਉਂਕਿ ਤੂੰ ਹੀ ਤਾਂ ਬਣਾਇਆ, ਇਹ ਮੋਹਣ ਵਾਸਤੇ ਤਾਂ ਬਣਾਇਆ ਤੂੰ, ਆਹੀ ਤਾਂ ਖੇਡ ਤੂੰ ਚਾਹੁੰਦਾ ਹੈ। ਦੋਨੋਂ ਪਾਸੇ ਜਿਹੜਾ ਹੈਗਾ, ਇੱਧਰੋਂ ਜਿਹੜਾ ਹੈਗਾ ਆਪਾਂ ਨੂੰ ਜਿਹੜਾ ਹੈਗਾ ਨਿਕਲਣ ਦਾ ਵੀ ਕਹਿ ਰਿਹਾ ਹੈ, ਉੱਧਰੋਂ ਜਿਹੜਾ ਹੈਗਾ ਉਲਝਾਉਣ ਵਾਸਤੇ ਜਿਹੜਾ ਮਾਇਆ ਵੀ ਇੰਨੀ ਤਗੜੀ ਬਣਾਈ ਹੋਈ ਹੈ। ਕੰਪੀਟੀਸ਼ਨ ਟਫ ਹੈਗਾ ਬਿਲਕੁਲ। ਸੋਈ ਹੋਆ ਜੋ ਤਿਸ ਭਾਣਾ ਅਵਰ ਨ ਕਿਨਹੀ ਕੀਤਾ। ਤੁਮਰੇ ਭਾਣੇ ਭਰਮੇ ਮੋਹ ਮੋਹਿਆ ਜਾਗਤ ਨਾਹੀ ਸੂਤਾ। ਕਹਿੰਦਾ ਸੁੱਤਾ ਹੋਇਆ ਜਾਗਦਾ ਹੀ ਨਹੀਂ, ਮੈਂ ਜਾਗਦਾ ਹੀ ਨਹੀਂ ਮਾਲਕਾ। ਐਸਾ ਤੇਰਾ ਭਾਣਾ, ਐਸਾ ਤੇਰਾ ਚੋਗਾ, ਐਸਾ ਤੇਰਾ ਭਰਮ, ਐਸੀ ਤੇਰੀ ਮਾਇਆ, ਮੈਂ ਤਾਂ ਜਾਗਦਾ ਹੀ ਨਹੀਂ ਮਾਲਕਾ, ਮੈਂ ਤਾਂ ਜਾਗਦਾ ਹੀ ਨਹੀਂ। ਮੇਰਾ ਮਨ ਤਾਂ ਮੈਨੂੰ ਜਾਗਣ ਹੀ ਨਹੀਂ ਦਿੰਦਾ। ਆ ਦੇਖੋ, ਇਹ ਰਿਕੁਐਸਟ ਚੱਲ ਰਹੀ ਹੈ, ਰਿਕੁਐਸਟ ਵਾਊਚਰ ਜਾ ਰਿਹਾ ਮਾਲਕ ਪਰਮਾਤਮਾ ਦੇ ਕੋਲ, ਮੈਨੂੰ ਹੁਣ ਮਾਲਕਾ ਇਹ ਜਾਗ ਗਿਆ, ਇਹ ਜਾਗ ਗਿਆ। ਇਸ ਤਰ੍ਹਾਂ ਜਾਗਣਾ ਹੈ ਆਪਾਂ ਨੇ, ਜਿਸ ਤਰ੍ਹਾਂ ਪੰਜਵੀਂ ਪਾਤਸ਼ਾਹੀ ਦੱਸ ਰਹੀ ਹੈ। ਡਾਇਰੈਕਟ ਕਮਿਊਨੀਕੇਸ਼ਨ ਹੋ ਰਹੀ ਹੈ 1 to 1 ਮਾਲਕ ਦੇ ਨਾਲ ਤੇ ਜੀਵ ਦੇ ਨਾਲ। ਸੋਈ ਹੋਆ ਜੋ ਤਿਸ ਭਾਣਾ ਅਵਰ ਨ ਕਿਨਹੀ ਕੀਤਾ। ਤੁਮਰੇ ਭਾਣੇ ਭਰਮ ਮੋਹ ਮੋਇਆ ਜਾਗਤ ਨਾਹੀ ਸੂਤਾ। ਬਿਨੋ ਸੁਨੋ ਤੁਮ ਪ੍ਰਾਨ ਪਤ ਪਿਆਰੇ ਕਿਰਪਾ ਨਿਧ ਦਿਆਲਾ। ਦੇਖੋ ਕਿਸ ਤਰ੍ਹਾਂ ਵਾਊਚਰ ਜਾ ਰਿਹਾ, ਕਿਵੇਂ ਬੇਨਤੀ ਜਾ ਰਹੀ, ਕਿਵੇਂ ਰਿਕੁਐਸਟ ਜਾ ਰਹੀ ਹੈ, ਰਿਕੁਐਸਟ ਜਾ ਰਹੀ ਹੈ, ਰਿਕੁਐਸਟ। ਬਿਨੋ ਸੁਨੋ ਤੁਮ ਪ੍ਰਾਨ ਪਤ ਪਿਆਰੇ, ਇਹ ਮੇਰੇ ਪ੍ਰਾਣਾ ਦੇ ਪਤੀ ਮੇਰੀ ਬੇਨਤੀ ਸੁਣ, ਮੇਰੀ ਬੇਨਤੀ ਸੁਣ, ਮੇਰੀ ਬੇਨਤੀ ਸੁਣ। ਕਿਰਪਾ ਨਿਧ ਦਿਆਲਾ, ਹੇ ਕਿਰਪਾ ਦੇ ਖਜ਼ਾਨੇ ਮਾਲਕਾ, ਤੂੰ ਤਾਂ ਦਿਆਲ ਹੈ, ਕਿਰਪਾ ਦਾ ਖਜ਼ਾਨਾ ਹੈ ਤੇ ਦਿਆਲ ਹੈ ਤੂੰ, ਇਸ ਕਰਕੇ ਤੈਨੂੰ ਬੇਨਤੀ ਸੁਣਨੀ ਪਊਗੀ। ਬਿਨੋ ਸੁਨੋ ਤੁਮ ਪ੍ਰਾਨ ਪਤ ਪਿਆਰੇ ਕਿਰਪਾ ਨਿਧ ਦਿਆਲਾ। ਤੇਰਾ ਨਾਂ ਦਿਆਲੂ ਹੈ ਮਾਲਕਾ, ਤੇਰਾ ਨਾਂ ਕਿਰਪਾਲੂ ਹੈਗਾ, ਬੇਨਤੀ ਤਾਂ ਤੈਨੂੰ ਸੁਣਨੀ ਪਊਗੀ। ਬਿਨੋ ਸੁਨੋ ਤੁਮ ਪ੍ਰਾਨ ਪਤ ਪਿਆਰੇ ਕਿਰਪਾ ਨਿਧ ਦਿਆਲਾ। ਰਾਖ ਲਿਹੋ ਪਿਤਾ ਪ੍ਰਭ ਮੇਰੇ ਅਨਾਥ ਹੈ ਕਰ ਪ੍ਰਤੀਪਾਲਾ। ਕਹਿੰਦੇ ਰੱਖ ਲਾ ਮੈਨੂੰ, ਉਹ ਮਾਲਕਾ ਰੱਖ ਲਾ, ਮੈਂ ਤਾਂ ਬੱਚਾ ਹੈ ਤੇਰਾ, ਮੈਂ ਤਾਂ ਅਨਾਥ ਹੋ ਗਿਆ, ਮੈਂ ਤਾਂ ਅਨਾਥ ਹਾਂ ਤੇਰੇ ਤੋਂ ਬਗੈਰ, ਤੇਰੇ ਤੋਂ ਬਗੈਰ ਤਾਂ ਮੈਂ ਅਨਾਥ ਹਾਂ ਮਾਲਕਾ, ਅਨਾਥ ਅਨਾਥ ਅਨਾਥ। ਰਾਖ ਲਿਓ ਪਿਤਾ ਪ੍ਰਭ ਮੇਰੇ, ਤੂੰ ਮੇਰਾ ਪਿਓ ਹੈ ਮਾਲਕਾ, ਸਾਰਿਆਂ ਦਾ ਪਿਓ ਹੈ ਮਾਲਕਾ, ਸਾਰਿਆਂ ਦਾ। ਰਾਖ ਲਿਓ, ਰੱਖ ਲਾ ਮਾਲਕਾ, ਐਤਕੀ ਰੱਖ ਲਾ। ਰਾਖ ਲਿਓ ਪਿਤਾ ਪ੍ਰਭ ਮੇਰੇ ਅਨਾਥ ਹੈ ਕਰ ਪ੍ਰਤੀਪਾਲਾ। ਮਾਲਕਾ ਤੂੰ ਮਿਹਰ ਕਰ, ਹੁਣ ਤੂੰ ਆਪਣੇ ਹਿਸਾਬ ਦੇ ਨਾਲ ਮਾਲਕਾ ਮਿਹਰ ਕਰ, ਹੁਣ ਮੇਰੀ ਪਾਲਣ ਪੋਸ਼ਣ ਤੂੰ ਕਰ, ਹੁਣ ਮੈਨੂੰ ਕੱਢ ਖੇਡ ਤੋਂ। ਆ ਦੇਖੋ ਜੀ, ਚੌਥਾ ਬੰਦ ਆ ਗਿਆ, ਬਸ ਉਸੇ ਵੇਲੇ ਮਾਲਕ ਨੇ ਮਿਹਰ ਕਰ ਦਿੱਤੀ। ਜਿਸਨੋਂ ਤੁਮਹਿ ਦਿਖਾਇਓ ਦਰਸ਼ਨ ਸਾਧ ਸੰਗਤ ਕਹਿ ਪਾਤਸ਼ਾਹ। ਇੰਨੀ ਇੱਛਾ, ਇੰਨੇ ਦਰਸ਼ਨ ਕਰਨ ਦੀ ਤਾਂਘ ਹੈ ਕਿ ਮਾਲਕ ਨੂੰ ਮਿਲਣ ਦੀ ਤਾਂਘ ਹੈ ਬੱਚੇ ਨੂੰ, ਉਸੇ ਵੇਲੇ ਸਾਧ ਸੰਗਤ ਕਰ ਦਿੱਤੀ। ਕਹਿੰਦੇ ਸਾਧੂ ਦੀ ਸੰਗਤ ਕਰਨੀ ਪਊਗੀ, ਗੁਰੂ ਤੋਂ ਗਿਆਨ ਬ੍ਰਹਮ ਗਿਆਨ ਲੈਣਾ ਪਊਗਾ, ਉਹਦੇ ਅਨੁਸਾਰ ਜਿਹੜਾ ਹੈ ਮਨਮੁਖ ਤੋਂ ਗੁਰਮੁਖ ਹੋਣਾ ਪਊਗਾ ਤੈਨੂੰ। ਜਿਸਨੋਂ ਤੁਮਹਿ ਦਿਖਾਇਓ ਦਰਸ਼ਨ ਸਾਧ ਸੰਗਤ ਕਹਿ ਪਾਤਸ਼ਾਹ। ਆ ਗਿਆ, ਦੇਖ ਲਓ ਸਾਧੂ ਵਿੱਚ ਆ ਗਏ। ਕਹਿੰਦੇ ਤੂੰ ਤਾਂ
ਤੂੰ ਮੈਨੂੰ ਮਿਲ ਹੀ ਨਹੀਂ ਸਕਦਾ ਜਿਸ ਤਰੀਕੇ ਦੇ ਨਾਲ ਤੂੰ ਹੈਗਾ ਇਸ ਤਰ੍ਹਾਂ ਮਾਇਆ ਦੇ ਵਿੱਚ, ਵਿਚਾਰਾਂ ਦੇ ਵਿੱਚ ਇੰਨੇ ਜਾਲ 'ਚ ਫਸਿਆ ਹੋਇਆ। ਪਹਿਲਾਂ ਇਹ ਸਾਰਾ ਦਾ ਸਾਰਾ ਜਿਹੜਾ ਹੈਗਾ ਸਾਧੂ ਨੂੰ ਮਿਲ, ਉਹ ਤੈਨੂੰ ਜਿਹੜਾ ਹੈਗਾ ਤੇਰੀ ਸਫਾਈ ਕਰੂਗਾ। ਜਿਸਨੂੰ ਤੁਮਹੈਂ ਦਿਖਾਇਓ ਦਰਸ਼ਨ, ਇਹ ਕਾਮ ਕ੍ਰੋਧ ਲੋਭ ਓਂਕਾਰ ਜਿਹੜੇ ਹੈਗੇ, ਇਹਦੇ ਵਿੱਚ ਤੂੰ ਪੂਰੀ ਤਰ੍ਹਾਂ ਗਲਤਾਨ ਹੈ। ਕਿੰਨੇ ਜਨਮਾਂ ਦਾ ਤੂੰ ਤਾਂ ਪਛਾਣ 'ਚ ਹੀ ਨਹੀਂ ਆ ਰਿਹਾ, ਇੰਨਾ ਗੰਦਾ ਹੋਇਆ ਪਿਆ। ਜਾ ਨਹਾ ਧੋ ਕੇ ਆ, ਗੁਰੂ ਨਲਾਊਗਾ ਤੈਨੂੰ। ਜਿਸਨੂੰ ਤੁਮਹੈਂ ਦਿਖਾਇਓ ਦਰਸ਼ਨ, ਸਾਧ ਸੰਗਤ ਕਹਿ ਪਾਛੈ, ਕਰ ਕਿਰਪਾ ਤੂਰ ਦੇਹੋ ਸੰਤਨ ਕੀ, ਸੁਖ ਨਾਨਕ ਇਹ ਬਾਛੈ। ਆ ਦੇਖੋ, ਪਹਿਲਾਂ ਕਿਹਾ ਸਾਧ ਸੰਗਤ, ਫਿਰ ਕਹਿੰਦੇ ਆ ਬਹੁਤ ਸਾਰੇ ਸੰਤ। ਇੱਕ ਥੋੜੀ ਨਾ ਸਾਧ ਹੈਗਾ, ਇੱਕ ਥੋੜੀ ਨਾ ਗੁਰੂ ਹੈਗਾ, ਇੱਕ ਥੋੜੀ ਨਾ ਸਤਿਗੁਰੂ ਹੈ, ਇੱਕ ਥੋੜੀ ਨਾ ਬ੍ਰਹਮ ਗਿਆਨੀ ਹੈਗੇ। ਜਿਸਨੂੰ ਤੁਮਹੈਂ ਦਿਖਾਇਓ ਦਰਸ਼ਨ, ਸਾਧ ਸੰਗਤ ਕਹਿ ਪਾਛੈ, ਕਰ ਕਿਰਪਾ ਤੂਰ ਦੇਹੋ ਸੰਤਨ ਕੀ, ਸੁਖ ਨਾਨਕ ਇਹ ਬਾਛੈ। ਸ਼ਬਦ ਪੂਰਾ ਹੋ ਗਿਆ। ਦੇ ਦਿੱਤੀ ਉਹਨੂੰ, ਦੇਖੋ ਦੇ ਦਿੱਤਾ, ਲਾਤਾ ਪ੍ਰੋਸੈਸ ਦੇ ਵਿੱਚ। ਜੇ ਤਾਂ ਆਪਾਂ ਲੱਗੇ ਹੋਏ ਹਾਂ ਭਾਈ, ਫਿਰ ਤਾਂ ਠੀਕ ਹੈ। ਜੇ ਆਪਣਾ ਵਾਊਚਰ ਗਿਆ, ਨਹੀਂ ਗਿਆ, ਤੇ ਵਾਊਚਰ ਭੇਜੀਏ ਫਟਾਫਟ। ਮਨੁੱਖ ਜੀ ਸਰੀਰ ਜਿਹੜਾ ਹੈਗਾ, ਇਹ ਤਾਂ ਰੇਅਰ ਹੈਗਾ ਭਾਈ। ਇਹ ਜੀ ਇੱਕ ਹੋਰ ਸ਼ਬਦ ਲਈਏ ਆਪਾਂ, ਇਸੇ ਜਿਹੜਾ ਹੈਗਾ ਉਹਦਾ, ਇਹ ਉਹ ਅਨਖ ਜਨਮ ਵਿਚਰਤ ਦੁੱਖ ਪਾਇਆ। ਪਤਾ ਲੱਗਿਆ ਆਪਾਂ ਨੂੰ ਬਈ ਅਨੇਕਾਂ ਜਨਮਾਂ ਦੇ ਵਿਛੜੇ ਹੋਏ ਔਰ ਦੁਖੀ ਹੋ ਰਹੇ। ਇਹ 750 ਅੰਗ ਦੇ ਉੱਤੇ ਹੈਗਾ। ਇਹ ਸੂਹੀ ਰਾਗ ਦੇ ਵਿੱਚ ਅਸ਼ਟਪਦੀਆਂ ਹੈਗੀਆਂ, ਪਹਿਲੀ ਪਾਤਸ਼ਾਹੀ ਦੀਆਂ। 750 ਅੰਗ ਪਹਿਲੀ ਪਾਤਸ਼ਾਹੀ, 8 ਪਦੇ ਦਾ ਸ਼ਬਦ ਹੈ। ਰਾਗ ਸੂਹੀ ਸ਼ਬਦ ਸ਼ੁਰੂ ਹੁੰਦਾ, ਸਭ ਆਉਗਣ ਮੈਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਈ। ਦੇਖੋ ਹੁਣ ਦੇਖ ਲਓ, ਆ ਹੈਗੀ, ਆ ਮਿੱਟੀ ਲੱਗੀ ਹੋਈ। ਰਿਕੁਐਸਟ ਮਾਲਕ ਕੋਲ ਗਈ, ਮਾਲਕ ਕਹਿੰਦਾ ਜਾ ਨਹਾ ਧੋ ਕੇ ਆ, ਚੰਗੀ ਤਰ੍ਹਾਂ ਸਾਫ਼ ਹੋ ਗਿਆ। ਆ ਹੁਣ ਦੇਖ ਲਓ ਬਈ ਆ ਮੈਲ ਕਿਹੜੀ ਕਿਹੜੀ ਹੈ। ਪਹਿਲੀ ਪਾਤਸ਼ਾਹੀ ਦੱਸ ਰਹੀ ਆਪਾਂ ਨੂੰ। ਰਾਗ ਸੂਹੀ ਅਸ਼ਟਪਦੀਆਂ, ਮਹੱਲਾ ਪਹਿਲਾ, ਘਰ ਪਹਿਲਾ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਸਭ ਆਵਗਣ ਮੈਂ ਗੁਣ ਨਹੀਂ ਕੋਈ। ਦੇਖੋ ਦਿਸ ਗਈ ਆਪਣੀ ਮੈਲ, ਹੋ ਗਈ ਗੁਰੂ ਦੀ ਸੰਗਤ, ਗਿਆਨ ਹੋ ਗਿਆ। ਕਹਿੰਦੇ ਦੂਜਿਆਂ ਦੇ ਅਵਗੁਣ ਦੇਖਦਾ ਫਿਰਦਾ ਹੈ, ਤੂੰ ਤਾਂ ਪਛਾਣ 'ਚ ਹੀ ਨਹੀਂ ਆਉਂਦਾ, ਤੇਰੇ ਤਾਂ ਇੰਨੇ ਹੈਗੇ, ਸਾਰੇ ਦੇ ਸਾਰੇ ਤੇਰੇ ਅੰਦਰ ਹੈਗੇ। ਉਹ ਪਹਿਲੀ ਪਾਤਸ਼ਾਹੀ ਕਹਿ ਰਹੀ ਹੈ, ਆਪਾਂ ਥੋੜ੍ਹੀ ਨਾ ਕਹਿ ਰਹੇ ਹਾਂ ਭਾਈ। ਪਹਿਲੀ ਪਾਤਸ਼ਾਹੀ ਕਹਿ ਰਹੀ ਹੈ, ਦੇਖ ਲਓ ਭਾਈ, ਪਹਿਲੇ ਔਲੀਏ ਆਪਣੇ, ਪਹਿਲੇ ਮੁਰਸ਼ਦ। ਸਭ ਅਵਗਣ ਮੈਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਈ। ਇਸ ਤਰ੍ਹਾਂ ਤਾਂ ਨਹੀਂ ਮਿਲ ਸਕਦੇ ਭਾਈ, ਇਸ ਤਰ੍ਹਾਂ ਤਾਂ ਨਹੀਂ ਮਿਲ ਸਕਦੇ। ਸਭ ਅਵਗਣ ਮੈਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਈ। ਨਾ ਮੈਂ ਰੂਪ ਨਾ ਬੰਕੇ ਨੈਣਾ। ਕਹਿੰਦੇ ਉਹ ਰੂਪ ਹੈ ਹੀ ਨਹੀਂ ਜਿਹੜਾ ਮਾਲਕ, ਜੇ ਮਾਲਕ ਚੁੱਕ ਲੈ, ਗੋਦੀ ਲੈ ਲੈ। ਬੰਕੇ ਨੈਣਾ ਕੀ ਹੈਗੇ? ਮੇਰੇ ਕੋਲ ਗੁਣ ਹੀ ਹੈ ਨਹੀਂ ਗੇ, ਮੇਰੇ ਕੋਲ ਗੁਣ ਹੀ ਹੈ ਨਹੀਂ ਗੇ। ਮੈਂ ਤਾਂ ਮਨ ਦੇ ਪਿੱਛੇ ਚੱਲਦਾ, ਹਮੇਸ਼ਾ ਮਨ ਦੇ ਪਿੱਛੇ ਚੱਲਦਾ। ਇਹ ਬੰਕੇ ਨੈਣਾ ਵਾਲਾ ਕੀ ਗੱਲ ਹੈ ਜੀ? ਇਹ ਨੈਣਾ ਦੀ ਗੱਲ ਕਿਉਂ ਕਰ ਰਹੇ ਮਹਾਰਾਜ? ਇਹ ਕਿਹੜੇ ਨੈਣ ਹੁੰਦੇ ਆ ਬੰਕੇ ਨੈਣ? ਇਹ ਬੰਕੇ ਨੈਣ ਜਿਹੜੇ ਹੈਗੇ ਆਪਾਂ ਨੂੰ ਦੱਸਣਗੇ, ਨਾਮਦੇਵ ਜੀ ਦੱਸਣਗੇ ਆਪਾਂ ਨੂੰ ਬੰਕੇ ਨੈਣ ਕਿਹੜੇ ਹੁੰਦੇ ਆ। ਹਾਲੇ ਆਪਾਂ ਇਹਨੂੰ ਸੀਕਰੇਟ ਰੱਖਦੇ ਹਾਂ ਇੱਥੇ ਹੀ। ਨਾ ਮੈਂ ਰੂਪ ਨਾ ਬੰਕੇ ਨੈਣਾ। ਇਹ ਨੇਤਰੋ ਮੇਰਿਓ, ਉਹ ਬੰਕੇ ਨੈਣ ਹੈਗੇ ਵੀਰ ਜੀ। ਚਲੋ ਬੰਕੇ ਨੈਣ ਹੈਗੇ ਜਿਹਦੇ ਨਾਲ ਆਪਾਂ ਸਾਰਿਆਂ ਨੂੰ ਇਕੁਅਲ ਦੇਖਦੇ ਹਾਂ, ਸਾਰਿਆਂ ਨੂੰ ਸਾਹਮਣੇ। ਹਾਂ ਉਹ ਆ ਬੰਕੇ ਨੈਣ।
ਹਰ ਬਨਾਵਰ ਨੂੰ ਦੇਖੋ, ਕੋਈ ਨਜ਼ਰੀ ਹਰ ਨੇ ਹਾਲਿਆ। ਹਾਂ, ਬਸ 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 ਆਹੀ ਚੀਜ਼ ਹੈਗੀ ਆ। ਨਾਮਦੇਵ ਜੀ ਦਾ ਆਖਰੀ ਦੇ ਵਿੱਚ ਆਪਾਂ ਸ਼ਬਦ ਲਵਾਂਗੇ। ਉਹ ਤੁਸੀਂ ਦੱਸਿਆ ਵੀਰ ਜੀ, ਮੈਂ ਤਾਂ ਤੁਹਾਡੇ ਕੋਲੋਂ ਹੀ ਆਈ ਹੈ ਭਾਈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਆਇਆ ਬੰਕੇ ਨੈਣ। ਨਾ ਮੈਂ ਰੂਪ ਨਾ ਬੰਕੇ ਨੈਣਾ, ਨਾ ਕੁਲ ਢੰਗ ਨਾ ਮੀਠੇ ਬਹਿਣਾ। ਕਹਿੰਦੇ ਮੈਂ ਤਾਂ, ਮੇਰੇ ਕੋਲ ਤਾਂ ਹੁਣ ਮੀਠੇ ਬਹਿਣਾ ਕਿਹੜੇ ਹੋਏ। ਦੇਖ ਲਓ, ਆਪਾਂ ਜਿਹੜੇ ਸਾਰਿਆਂ ਦੇ ਨਾਲ ਇੱਕ ਇਕੁਅਲ ਗੱਲ ਕਰਦੇ ਹਾਂ, ਪਿਆਰ ਦੇ ਨਾਲ ਗੱਲ ਕਰਦੇ ਹਾਂ ਸਾਰਿਆਂ ਦੇ ਨਾਲ, ਹੈ ਮਿੱਠੇ ਬਹਿਣ ਆਪਣੇ। ਬਹਿਣ ਕਹਿੰਦੇ ਬੋਲ। ਔਰ ਕੁਲ ਢੰਗ ਹੈਗਾ ਆਪਣਾ, ਕੋਈ ਹੈ ਆਪਣੇ ਅੰਦਰ ਗੁਣ। ਨਾ ਮੈਂ ਰੂਪ ਨਾ ਬੰਕੇ ਨੈਣਾ, ਨਾ ਕੁਲ ਢੰਗ। ਇਹ ਤਾਂ ਇਹੀ ਤਾਂ ਕੁਛ ਤਾਂ ਸਿੱਖਣਾ ਹੈ ਗੁਰੂ ਕੋਲੋਂ, ਇਹੀ ਤਾਂ ਸਿੱਖਣਾ ਹੈ ਬ੍ਰਹਮ ਗਿਆਨੀਆਂ ਨੇ। ਇਹੀ ਚੀਜ਼ ਤਾਂ ਉੱਥੇ ਜਿਹੜੀ ਹੈਗੀ ਸਰਮਖੰਡ ਦੇ ਵਿੱਚ ਹੋਣੀ ਹੈ ਭਾਈ। ਸਰਮਖੰਡ ਕੀ ਬਾਣੀ ਰੂਪ, ਤਿੱਤੇ ਘਾੜਤ ਕੜੀਏ ਬਹੁਤ ਅਨੂਪ। ਤਾਂ ਕਿ ਗੱਲਾਂ ਕਥੀਆਂ ਨਾ ਜਾਏ। ਕਹਿੰਦੇ ਕੀ ਹੁੰਦਾ ਉੱਥੇ, ਉਹਦੀ ਗੱਲ ਨਾ ਕਰ, ਨਾ ਬੋਲ ਨਹੀਂ ਸਕਦੇ ਕੀ ਹੁੰਦਾ, ਕਿਵੇਂ ਜਿਹੜਾ ਹੈਗਾ ਗਾਰਬੇਜ ਜਾਂਦੀ ਹੈ, ਕਿਵੇਂ ਜਿਹੜਾ ਹੈਗਾ ਨਲਾਇਆ ਜਾਂਦਾ ਹੈ। ਨਾ ਬੋਲ ਪਾਏ, ਪ੍ਰੈਕਟੀਕਲ ਕਰਨਾ ਆ ਜਾ ਕੇ ਬਸ ਬੈਠ ਉੱਤੇ ਧਿਆਨ ਸਿਮਰਨ ਦੇ ਵਿੱਚ ਬੈਠ। ਨਾ ਮੈਂ ਰੂਪ ਨਾ ਬੰਕੇ ਨੈਣਾ, ਨਾ ਕੁਲ ਢੰਗ ਨਾ ਮੀਠੇ ਬਹਿਣਾ। ਰਹਾਓ ਸਹਿਜ ਸਿੰਗਾਰ ਕਾਮਣ ਕਰੇ ਆਵੈ ਆਇਆ। ਫਿਰ ਹੁਣ ਦੇਖ ਲਓ, ਸਿੰਗਾਰ ਹੋ ਗਿਆ, ਸਹਿਜ ਸਿੰਗਾਰ ਕਾਮਣ ਦਾ ਹੋ ਗਿਆ। ਪਰ ਹਾਲੇ ਵੀ ਕਹਿੰਦੇ ਆ, ਹਾਲੇ ਵੀ ਤੇਰਾ ਨਹੀਂ ਚੱਲਣਾ, ਤੇਰਾ ਸਰਟੀਫਿਕੇਟ ਨਹੀਂ ਚੱਲਣਾ ਹਾਲੇ ਵੀ। ਸਹਿਜ ਸਿੰਗਾਰ ਕਾਮਣ ਕਰੇ ਆਵੇ, ਸਹਿਜ ਅਵਸਥਾ ਵਿਚਾਰ ਬੰਦ ਹੋ ਗਏ। ਕਹਿੰਦੇ ਹਾਲੇ ਵੀ ਤੇਰਾ ਸਰਟੀਫਿਕੇਟ ਨਹੀਂ ਚੱਲਣਾ। ਤਾਂ ਸੁਹਾਗਣ ਜਾਂ ਕੰਤੇ ਭਾਵੈ, ਤਾਂ ਉਹਦੀ ਮਰਜ਼ੀ ਆ, ਉਹਨੇ ਸ਼ਿਫਟ ਕਰਨਾ ਹੈ ਤੈਨੂੰ, ਉਹਨੇ ਤਾਂ ਸੁਹਾਗਣ ਗਿਣੀ ਜਾਏਂਗੇ, ਹਾਲੇ ਨਹੀਂ। ਜਦੋਂ ਮਾਲਕ ਪਰਮਾਤਮਾ ਪ੍ਰਗਟ ਹੋ ਗਿਆ ਤੇ ਸੁਹਾਗਣ ਹੋ ਗਈ, ਪਾ ਗਈ ਉਹਨੂੰ। ਕਿਹਨੂੰ? ਨਾ ਤਿਸ ਰੂਪ ਨਾ ਰੇਖਿਆ ਕਾਈ, ਉਹਨੂੰ ਜਿਹਦਾ ਕੋਈ ਰੂਪ ਰੇਖਿਆ ਨਹੀਂ ਹੈ। ਦੇਖ ਲਓ ਭਾਈ, ਉਹਦੇ ਨਾਲ ਪਿਆਰ ਪਾਉਣਾ ਹੈ ਜਿਹਦਾ ਕੋਈ ਰੂਪ ਨਹੀਂ ਹੈ, ਰੇਖਿਆ ਨਹੀਂ, ਕੁਛ ਵੀ ਨਹੀਂ ਹੈ। ਦੇਖੋ ਕਿੰਨੀ ਔਖੀ ਗੇਮ ਹੈ ਭਾਈ। ਪਿਆਰ ਤਾਂ ਉਹਦੇ ਨਾਲ ਪੈਂਦਾ ਜਿਹੜਾ ਦੇਖਿਆ ਹੋਵੇ। ਜੇ ਪਿਆਰ ਤਾਂ ਉਹਦੇ ਨਾਲ ਪੈਂਦਾ ਜਿਹੜਾ ਚੰਗਾ ਲੱਗੇ। ਨਾ ਤਿਸ ਰੂਪ ਨਾ ਰੇਖਿਆ ਕਾਏ, ਅੰਤ ਨਾ ਸਾਹਿਬ ਸਿਮਰਿਆ ਜਾਏ। ਇਹ ਵੀ ਦੇਖ ਲਾ ਪਿਆਰਿਆ, ਬਸ ਆਹੀ ਚਾਂਸ ਹੈ ਆਖਰੀ ਦੇ ਵਿੱਚ। ਤੂੰ ਕਹੇ ਬਈ ਮਰਨ ਲੱਗੇ ਜਿਹੜਾ ਹੈਗਾ, ਨਾ ਉਦੋਂ ਨਹੀਂ ਗੱਲ ਬਣਨੀ। ਹਾਂ, ਹੁਣ ਤੇਰੇ ਕੋਲ ਪੂਰਾ ਦਾ ਪੂਰਾ ਚਾਂਸ ਹੈਗਾ। ਨਾ ਤਿਸ ਰੂਪ ਨਾ ਰੇਖਿਆ ਕਾਏ, ਅੰਤ ਨਾ ਸਾਹਿਬ ਸਿਮਰਿਆ ਜਾਏ। ਉਧਰ ਵੱਲ ਨੂੰ ਸਿਮਰਨਾ ਕੀ ਹੈ? ਉਹ ਮਾਲਕ ਦੇ ਵੱਲ ਨੂੰ ਤੇਰੀ ਸੁਰਤ ਹੋਣੀ ਨਹੀਂ, ਅਖੀਰ ਦੇ ਵਿੱਚ ਸ਼ਿਫਟ ਹੀ ਨਹੀਂ ਹੋਣਾ। ਤੂੰ ਮਨਮੁਖ ਤੋਂ ਗੁਰਮੁਖ ਸ਼ਿਫਟ ਹੋਣ ਦਾ ਚਾਂਸ ਨਹੀਂ ਹੋਣਾ। ਸੁਰਤ ਮਤ ਨਾਹੀ ਚਤੁਰਾਈ। ਹੇ ਮੇਰੇ ਮਾਲਕਾ, ਮੇਰੇ ਕੋਲ ਮੇਰੀ ਕੋਈ ਸੁਰਤ ਨਹੀਂ ਹੈ, ਨਾ ਮੇਰੀ ਮਤ ਹੈਗੀ ਆ, ਨਾ ਮੇਰੀ ਚਤੁਰਾਈ ਹੈਗੀ ਆ। ਦੇਖ ਲਓ ਸਰਮਖੰਡ ਦੇ ਵਾਸਤੇ ਜਿਹੜੀ ਆ ਪ੍ਰੋਸੈਸ ਚਾਹੁੰਦੇ ਆ। ਫਿਰ ਉੱਥੇ ਜਿਹੜਾ ਹੈਗਾ ਆਪਾਂ ਨੇ ਰੋਜ਼ ਜਿਹੜਾ ਹੈਗਾ ਆਇਆ ਭਾਈ ਧਿਆਨ ਸਿਮਰਨ, ਇਹਨੂੰ ਕਹਿੰਦੇ ਆ ਸੁਣਨ ਦੇ ਵਿੱਚ ਬੈਠਣਾ। ਆਇਆ ਭਗਤੀ, ਸੁਰਤ ਮਤ, ਉੱਥੇ ਜਿਹੜੀ ਚੇਂਜ ਹੋ ਜਾਂਦੀ ਹੈ। ਤਿੱਤੇ ਘਾੜਤ ਕੜੀਏ ਬਹੁਤ ਅਨੂਪ, ਤਿੱਤੇ ਕੜੀਏ ਸੁਰਤ ਮਤ ਮਨ ਬੁੱਧ। ਇਹ ਪਤੰਦਰ ਮੰਨ ਜਾਂਦਾ, ਉੱਥੇ ਘੜਿਆ ਜਾਂਦਾ ਹੈ, ਮਨਮੁਖ ਤੋਂ ਗੁਰਮੁਖ ਹੋ ਜਾਂਦਾ ਹੈ। ਸੁਰਤ ਮਤ ਨਾਹੀ ਚਤੁਰਾਈ, ਕਰ ਕਿਰਪਾ ਪ੍ਰਭ ਲਾਭੋ ਪਾਈ। ਮਾਲਕਾ ਮੈਨੂੰ ਕਿਰਪਾ ਕਰਕੇ ਮੈਨੂੰ ਲਗਾ ਦੇ ਇਸ ਕੰਮ ਦੇ ਵਿੱਚ, ਇਹ ਧਿਆਨ ਸਿਮਰਨ ਦੇ ਵਿੱਚ, ਆਪਣੇ ਚਰਨਾਂ ਦੇ ਵਿੱਚ ਜੋੜ ਲਾ ਮੈਨੂੰ। ਆਇਆ ਚਰਨ ਪਰਮਾਤਮਾ ਦੇ, ਇਹ ਧਿਆਨ ਸਿਮਰਨ, ਇਹ ਭਗਤੀ, ਇਹ ਆਤਮਾ ਵੱਲ ਨੂੰ ਗਤੀ ਕਰਨੀ, ਇਹ ਚਰਨਿਆ ਪਰਮਾਤਮਾ ਦੇ। ਜਿਹੜਾ ਇਹ ਲੱਗ ਗਿਆ ਬਸ ਪਾਰ ਹੋ ਗਿਆ। ਇੱਥੋਂ ਪਰਮਾਤਮਾ ਨੇ ਪ੍ਰਗਟ ਹੋਣਾ ਹੈ। ਚਰਨ ਇੱਥੇ ਹੀ ਹੈ, ਚਰਨ ਫੜਨੇ ਆਪਣੇ। ਖਰੀ ਸਿਆਣੀ ਕੰਤ ਨਾ ਪਾਣੀ।
ਆਪਾਂ ਮਨਮੁਖ ਕਹਿੰਦੇ ਮੈਂ ਤਾਂ ਆਪਣੇ ਵੱਲੋਂ ਬਹੁਤ ਸਿਆਣੇ ਆ ਆਪੇ। ਹੁਣ ਦੇਖ ਲਓ ਇਸ ਟਾਈਮ ਆਪਾਂ ਨੇ ਆਪਣੇ ਕਿੰਨੇ ਆਪਾਂ ਸਿਰਫ ਮਨ ਦੇ ਪਿੱਛੋਂ ਹੀ ਚੱਲਦੇ ਹਾਂ। ਮਨ ਦੇ ਨਾਲ ਹੀ ਆਪਾਂ ਜਿਹੜੇ ਹੈਗੇ, ਆਪਣਾ ਮਨ ਹੀ ਸਾਰਾ ਕੁਝ ਕਰ ਰਿਹਾ, ਮਨ ਦਾ ਫਿਲਟਰ ਬਰਾਬਰ ਲੱਗਿਆ ਹੋਇਆ। ਖਰੀ ਸਿਆਣੀ ਕੰਤ ਨਾ ਪਾਣੀ, ਕਹਿੰਦੇ ਮਾਲਕ ਨੂੰ ਨਹੀਂ ਪਾਉਂਦੀ ਪਾਈ, ਤੇਰੀ ਸਿਆਣਪ ਚਤੁਰਾਈ ਨਹੀਂ ਪਾਉਂਦੀ ਉਹਨੂੰ। ਮਾਇਆ ਲੱਗੀ ਭਰਮ ਭੁਲਾਣੀ, ਤੂੰ ਤਾਂ ਮਾਇਆ ਦੇ ਵਿੱਚ ਲੱਗੀ ਹੋਈ ਹੈ, ਭਰਮ ਦੇ ਵਿੱਚ ਭੁੱਲੀ ਪਈ ਹੈ। ਹਉਮੈ ਜਾਈ ਤਾਂ ਕੰਤ ਸਮਾਈ, ਕਹਿੰਦੇ ਦੇਖ ਲਾ ਭਾਈ, ਸਮ ਦ੍ਰਿਸ਼ਟੀ ਆਏਗੀ ਤੇਰੀ, ਹਉਮੈ ਜਾਏਗੀ। ਤੈਨੂੰ ਇਕੁਅਲ ਸਾਰਿਆਂ ਨੂੰ ਦੇਖੇਗਾ ਤਾਂ। ਹਉਮੈ ਤਾਂ ਜਾਣੀ ਤਾਂ ਦਿਆ ਨਾ। ਹਉਮੈ ਦਾ ਮਤਲਬ ਹੀ ਕੀ ਆ ਵੀ ਮੈਂ ਦਾ ਮਤਲਬ ਕੀ ਆ ਬਈ ਸਮ ਦ੍ਰਿਸ਼ਟੀ ਗਈ, ਮੈਂ ਤੇ ਫਿਰ ਦੂਜਾ ਵੀ ਹੈਗਾ ਉੱਥੇ। ਹਉਮੈ ਜਾਈ ਤਾਂ ਕੰਤ ਸਮਾਈ, ਤਾਂ ਤਾਉ ਕਾਮਣ ਪਿਆਰੇ ਨਉ ਨਿਤ ਪਾਈ। ਤਾਂ ਕਾਮਣ ਹੈ ਜੀਵ ਇਸਤਰੀ ਹੈ ਸੋਹਣੀਏ, ਇਹ ਸੋਹਣੀਏ ਤਾਂ ਉਹ ਪਿਆਰਾ ਮਿਲੂਗਾ, ਨੌ ਨਿਧੀਆਂ ਵਾਲਾ ਮਾਲਕ ਪਰਮਾਤਮਾ। ਤਾਉ ਕਾਮਣ ਪਿਆਰੇ ਨਉ ਨਿਤ ਪਾਈ, ਅਨਕ ਜਨਮ ਵਿਚਰਤ ਦੁੱਖ ਪਾਇਆ। ਮਾਲਕਾ ਮੈਂ ਤਾਂ ਬਥੇਰੇ ਜਨਮਾਂ ਦਾ ਵਿਛੜਿਆ ਹੋਇਆ, ਬਹੁਤ ਦੁਖੀ ਹੋ ਕੇ ਦੁੱਖ ਪਾ ਕੇ ਮਨੁੱਖ ਸਰੀਰ ਮਿਲਿਆ ਮੈਨੂੰ, ਮਸਾਂ ਲੱਭਿਆ ਹੈ ਮੈਨੂੰ। ਕਰ ਗਏ ਲਿਹੋ ਪ੍ਰੀਤਮ ਪ੍ਰਭ ਰਾਇਆ, ਮਾਲਕਾ ਮੈਂ ਸਰੈਂਡਰ ਆ, ਮੇਰੇ ਕੋਲ ਮੈਂ ਇੰਨੇ ਅਵਗੁਣ ਆ ਮੇਰੇ ਅੰਦਰ, ਇੰਨੇ ਮੇਰੇ ਮਾੜੇ ਸੰਸਕਾਰ ਆ, ਮੇਰੇ ਵਿਚਾਰ ਤਾਂ ਰੁਕਦੇ ਹੀ ਨਹੀਂ। ਕੱਲ੍ਹ ਜਿਹੜੇ ਇੱਕ ਬੀਬੀ ਜਿਹੜੀ ਹੈਗੀ ਵਿਚਾਰੀ ਘੱਟ ਤੋਂ ਘੱਟ 1.5-2 ਘੰਟੇ ਮੇਰੇ ਨਾਲ ਇਹੀ ਵਿਚਾਰਾਂ ਦੀਆਂ ਗੱਲਾਂ ਕਰਦੀ ਰਹੀ। ਪਤਾ ਨਹੀਂ ਹੁਣ ਹੋਏ ਤੇ ਸੁਣ ਲੈ। ਅਨਕ ਜਨਮ ਵਿਚਰਤ ਦੁੱਖ ਪਾਇਆ, ਕਰ ਗਏ ਲਿਹੋ ਪ੍ਰੀਤਮ ਪ੍ਰਭ ਰਾਇਆ। ਹੇ ਮੇਰੇ ਪਿਆਰਿਆ, ਮੇਰਾ ਹੱਥ ਫੜ, ਮੇਰਾ ਹੱਥ ਫੜ। ਮਾਲਕ ਕਹਿੰਦਾ, ਔਰ ਉਹਦੇ ਅੰਦਰ ਸ਼ਬਦ ਵੀ ਪ੍ਰਗਟ ਹੈਗੇ, ਸ਼ਬਦ ਪ੍ਰਗਟ ਹੈ। ਕਹਿੰਦੀ ਸ਼ਬਦ ਸੁਣਦੇ ਆ ਮੈਨੂੰ, ਫਿਰ ਵੀ ਦੇਖ ਲਓ ਨਹੀਂ ਜੁੜ ਪਾ ਰਹੀ। ਕਹਿੰਦੇ ਕਾਫੀ ਸਮੇਂ ਦੇ ਸ਼ਬਦ ਪ੍ਰਗਟ ਹੈ, ਲਾੜੀ ਨਹੀਂ ਫੜ ਰਿਹਾ ਬੰਦਾ। ਅਨਕ ਜਨਮ ਵਿਚਰਤ ਦੁੱਖ ਪਾਇਆ, ਕਰ ਗਏ ਲਿਹੋ ਪ੍ਰੀਤਮ ਪ੍ਰਭ ਰਾਇਆ। ਪੰਡਤ ਨਾਨਕ ਸ਼ੌ ਹੈ ਵੀ ਹੋਸੀ, ਜੈ ਭਾਵੇ ਪਿਆਰਾ ਤੈ ਰਾਵੇ ਸੀ। ਮਹਾਰਾਜ ਬੇਨਤੀ ਕਰ ਰਹੇ, ਕੱਕੇ ਨੂੰ ਔਂਕੜ ਲਗਾ ਕੇ ਕਹਿ ਰਹੇ, ਸਰਟੀਫਾਈ ਕਰ ਰਹੇ ਮਾਲਕ ਪਹਿਲੀ ਪਾਤਸ਼ਾਹੀ। ਕਹਿੰਦੇ ਉਹ ਸ਼ੌ ਹੈ ਵੀ ਹੋਸੀ, ਹੁਣ ਵੀ ਹੈਗਾ, ਗਾਂ ਵੀ ਰਹੂਗਾ। ਜੈ ਭਾਵੇ ਪਿਆਰਾ ਤੈ ਰਾਵੇ ਸੀ। ਬਸ ਉਹਦੀ ਮਰਜ਼ੀ ਆ, ਉਹਨੂੰ ਜਿਹੜਾ ਚੰਗਾ ਲੱਗੂਗਾ ਉਹਨੂੰ ਜਿਹੜਾ ਹੈਗਾ ਸੁਹਾਗਣ ਕਰ ਲਊਗਾ, ਉਹਨੂੰ ਜਿਹੜਾ ਪੁਰਖ ਬਣਾ ਦੂਗਾ, ਉਹਨੂੰ ਜਿਹੜਾ ਹੈਗਾ ਆਪਣੇ ਨਾਲ ਮਿਲਾ ਲੂਗਾ। ਕਰ ਗਾ ਲਿਹੋ ਪ੍ਰੀਤਮ ਪ੍ਰਭ ਰਾਇਆ। ਹਾਂ, ਹੱਥ ਫੜ ਲਾ ਮੇਰਾ। ਹੱਥ ਦਾ ਮਤਲਬ ਇੱਥੇ ਸੁਰਤ ਹੈ। ਹੱਥ ਦਾ ਮਤਲਬ ਮਾਲਕ ਨੇ ਤਾਂ ਹੱਥ ਫੜਾਇਆ ਹੋਇਆ, ਉਹ ਤਾਂ ਫੜਾ ਰਿਹਾ ਹੱਥ। ਸ਼ਬਦ ਅੰਦਰ ਪ੍ਰਗਟ ਹੋ ਜਾਂਦੇ ਆ, ਉਹ ਹੱਥ ਹੈ ਮਾਲਕ ਦਾ, ਸੁਰਤ ਆਪਣੀ ਜੋੜਨੀ, ਆਪਾਂ ਨੇ ਫੜਨਾ ਹੈ ਉਹਦਾ ਹੱਥ। ਠੀਕ ਹੈ। ਹਾਂ, ਕਰ ਗਏ ਲਿਹੋ, ਆਪਾਂ ਹੱਥ ਵਧਾਵਾਂਗੇ ਤਾਂ ਹੀ ਤਾਂ ਅਗਲਾ ਫੜੂਗਾ। ਉਹ ਕਹਿੰਦੇ ਮੈਂ ਤਾਂ, ਤੇਰਾ ਹੱਥ ਆ ਹੀ ਨਹੀਂ ਰਿਹਾ, ਤੂੰ ਤਾਂ ਮਲਾਈ ਖਾਣ ਦੇ ਵਿੱਚ ਮਸਤ ਹੋਇਆ ਪਿਆ ਦੁਨੀਆ ਦੀ ਮਾਇਆ ਦੀ। ਤੂੰ ਤਾਂ ਹੱਥ ਕੱਢ ਹੀ ਨਹੀਂ ਰਿਹਾ ਬਾਹਰ ਆਪਣਾ, ਖੂਹ ਦੇ ਵਿੱਚ ਹੀ ਕਹਿੰਦਾ ਮੈਂ ਤਾਂ ਮਾਇਆ ਦੇ ਖੂਹ 'ਚ ਬਿਲਕੁਲ ਵਧੀਆ ਹੈ, ਟੰਗ ਧਰ ਹੋਇਆ ਪਿਆ, ਲੱਤ ਰੱਖ, ਮਤਲਬ ਆਪਣੀ ਸੁਰਤ ਉਹਦੇ ਵੱਲ ਲਈਏ। ਹਾਂ, ਹੁਣ ਜੀ ਆਪਾਂ ਉਹ ਨਾਮਦੇਵ ਜੀ ਦੇ ਕੋਲੋਂ ਜਿਹੜਾ ਹੈਗਾ ਉਹ ਮਨਮੁਖ ਤੋਂ ਗੁਰਮੁਖ ਹੋਣਾ ਸਿੱਖੀਏ। ਹੁਣ ਇਹ ਅੰਗ ਹੈਗੇ 495। 485 ਹੈਗਾ ਜੀ, ਪਤਾ ਨਹੀਂ 485 485, ਮਾਫ ਕਰਨਾ ਜੀ। ਇੱਕ ਓਂਕਾਰ ਸਤਿਗੁਰ ਪ੍ਰਸਾਦ ਆਸਾ ਬਾਣੀ ਸ੍ਰੀ ਨਾਮਦੇਵ ਜੀ ਕੀ 485 ਅੰਗ ਦੇ ਉੱਤੇ एक अनेक व्यापक पूरक जत देखो तत् सोई। एक अनेक व्यापक पूरक जत देखो तत् सोई। आ देखो समदृष्टि,
ਸ਼ਬਦ ਹੀ ਇੱਥੋਂ ਨਾਮਦੇਵ ਜੀ ਸ਼ੁਰੂ ਕਰ ਰਹੇ। ਕਹਿੰਦੇ ਇੱਕੋ ਹੀ ਮਾਲਕ ਪਰਮਾਤਮਾ ਹੈਗਾ, ਆਪਾਂ ਨੂੰ ਭੁਲੇਖਾ ਹੈ, ਆਪਾਂ ਧੋਖਾ ਖਾ ਜਾਂਦੇ ਹਾਂ। ਬਸ ਜਿੱਥੇ ਆਪਾਂ ਆਹ ਫਲਾਨਾ ਅਤੇ ਆਹ ਟਿਮਕਾ ਅਤੇ ਆਹ ਮੈਂ ਆ ਗਏ, ਇੱਥੇ ਉਹ ਹੋ ਗਿਆ ਮਨਮੁਖ ਸਿਸਟਮ। ਚੱਲ ਪਏ ਮਨ ਦੇ ਪਿੱਛੇ। ਮਨ ਕਹਿੰਦਾ ਆਹ ਦੂਜਾ ਦੇਖ, ਇਹਦੀ ਬਾਡੀ ਕਿੰਨੀ ਅਲੱਗ ਨਜ਼ਰ ਆ ਰਿਹਾ, ਆਹ ਕਿੰਨਾ ਸੋਹਣਾ ਨਜ਼ਰ ਆ ਰਿਹਾ, ਆਹ ਕਿੰਨਾ ਗੰਦਾ ਨਜ਼ਰ ਆ ਰਿਹਾ। ਮਹਾਰਾਜ ਕਹਿੰਦੇ ਏਕ ਅਨੇਕ ਵਿਆਪਕ, ਇੱਕ ਆ ਅਨੇਕਤਾ ਦੇ ਵਿੱਚ, ਸਾਰਿਆਂ ਦੇ ਵਿੱਚ ਉਹੀ ਮਾਲਕ ਪਰਮਾਤਮਾ, ਤੇਰੇ ਵਿੱਚ ਵੀ ਉਹੀ ਹੈਗਾ। ਇਹ ਸਾਰੀ ਬਾਡੀ ਹੈਗੀ ਫੈਬਰੀਕੇਟਡ ਹੈ ਬਾਡੀ, ਸਿਰਫ ਬਾਡੀ ਦਾ ਡਿਫਰੈਂਸ ਹੈਗਾ, ਔਰ ਬਾਡੀ ਸੱਚ ਨਹੀਂ ਹੈਗੀ। ਇਹ ਪੰਜਾਂ ਤੱਤਾਂ ਦੇ ਨਾਲ, ਮਿੱਟੀ ਦੇ ਨਾਲ ਬਣਾਈ ਗਈ ਹੈ, ਔਰ ਤੱਤ ਵੀ ਜਿਹੜੇ ਹੈਗੇ ਉਹ ਮਾਲਕ ਪਰਮਾਤਮਾ ਤੋਂ ਹੀ ਆਏ, ਉਹਦੀ ਸ਼ਕਤੀ ਦੇ ਨਾਲ ਹੀ ਉਹਨੇ ਪੈਦਾ ਕੀਤੇ। ਉਹ ਮੈਟਰ ਹੈ ਮਾਲਕ ਪਰਮਾਤਮਾ ਦਾ ਬਣਾਇਆ ਹੋਇਆ, ਔਰ ਅੰਦਰ ਜੋਤ ਹੈਗੀ ਸਾਰਿਆਂ ਦੇ ਵਿੱਚ, ਉਹੀ ਜੋਤ ਹੈ ਮਾਲਕ ਪਰਮਾਤਮਾ ਦੀ। ਜੋ ਤੇਰੇ ਅੰਦਰ ਹੈ ਉਹ ਸਾਹਮਣੇ ਵਾਲੇ ਦੇ ਅੰਦਰ ਵੀ ਹੈਗੀ, ਸਾਰੇ ਜਾਨਵਰਾਂ ਦੇ ਅੰਦਰ, ਸਾਰਿਆਂ ਦੇ ਅੰਦਰ ਉਹੀ ਜੋਤ ਮਾਲਕ ਦੀ ਹੈਗੀ। ਏਕ ਅਨੇਕ ਵਿਆਪਕ ਪੂਰਕ, ਪੂਰਕ ਕਹਿੰਦੇ ਆ ਪੂਰੀ ਤਰ੍ਹਾਂ ਭਰਿਆ ਹੋਇਆ, ਪੂਰਾ, ਪੂਰੀ ਤਰ੍ਹਾਂ ਭਰਪੂਰ। ਜਤ ਦੇਖੋ ਤਤ ਸੋਈ, ਜਿੱਥੇ ਵੀ ਮੈਂ ਦੇਖਦਾ ਹਾਂ ਮੈਨੂੰ ਉਹੀ ਨਜ਼ਰ ਆਉਂਦਾ ਹੈ। ਜਤ ਦੇਖੋ ਤਤ ਸੋਈ, ਜਿੱਧਰ ਵੀ ਦੇਖਦਾ ਹੈ। ਮਾਇਆ ਚਿੱਤਰ ਬਚਿੱਤਰ ਵਿਮੋਹਿਤ, ਬਿਰਲਾ ਬੂਝ ਹੈ ਕੋਈ। ਕਹਿੰਦੇ ਪਰ ਐਸਾ ਮਾਇਆ, ਐਸਾ ਚਿੱਤਰ, ਐਸਾ ਆਕਾਰ, ਐਸਾ ਸੰਸਾਰ ਉਹ ਮਾਲਕ ਨੇ ਬਣਾਇਆ ਹੋਇਆ, ਚਿੱਤਰਕਾਰ ਨੇ। ਵਿਮੋਹਿਤ, ਮਨ ਨੂੰ ਪੂਰਾ ਮੋਹ ਲੈਣ ਵਾਲਾ। ਸਾਰੀ ਦੁਨੀਆ ਇਹਦੇ ਵਿੱਚ ਮੋਹੀ ਜਾਂਦੀ ਹੈ। ਬਸ ਮਨ ਕਹਿੰਦਾ ਆਹ ਚੰਗਾ, ਆਹ ਚਾਹੀਦਾ ਮੈਨੂੰ, ਬਸ ਸ਼ੁਰੂ ਹੋ ਗਿਆ ਆਪਾਂ ਚਿੱਤਰ ਦੇ ਵਿੱਚ। ਇਹ ਚੋਗੇ ਦੇ ਉੱਤੇ ਐਸਾ ਚੋਗਾ ਬਣਾਇਆ, ਵਿਚਿੱਤਰ ਬਣਾਇਆ, ਵਿਮੋਹਿਤ ਆ, ਬਿਲਕੁਲ ਮੋਹ ਲੈਣ ਵਾਲਾ। ਮਾਇਆ ਚਿੱਤਰ ਵਿਚਿੱਤਰ ਵਿਮੋਹਿਤ, ਬਿਰਲਾ ਬੂਝ ਹੈ ਕੋਈ। ਕੋਈ ਟਾਵਾਂ ਜਿਹੜਾ ਹੈਗਾ ਸਮਝਦਾ ਹੈ ਵੀ ਇਹ ਤਾਂ ਭਾਈ, ਇਹ ਤਾਂ ਭਾਈ ਧੋਖਾ ਹੈਗਾ ਭਾਈ, ਇਹ ਤਾਂ ਜਿਹੜਾ ਹੈਗਾ ਉਹ ਦ੍ਰੋਪਤੀ ਵਾਲਾ ਕੰਮ ਹੈਗਾ ਭਾਈ। ਦਰਵਾਜ਼ਾ ਹੈ ਨਹੀਂ ਉੱਥੇ, ਦਰਵਾਜ਼ਾ ਕੰਧ ਹੀ ਬਣਾਇਆ ਹੋਇਆ। ਉਹਨੇ ਪਾਣੀ ਜਿਹੜਾ ਐਸਾ ਪਾਣੀ ਦਾ, ਐਸੀ ਪਾਣੀ ਦਾ ਚਿੱਤਰਕਾਰੀ ਕੀਤੀ ਸੀਗੀ ਉਹਨੇ ਕਿ ਉਹ ਦੁਰਯੋਧਨ ਨੇ ਧੋਤੀ ਚੁੱਕ ਲਈ, ਉੱਥੇ ਪਾਣੀ ਸੀਗਾ ਹੀ ਨਹੀਂ। ਔਰ ਜਿੱਥੇ ਪਾਣੀ ਸੀਗਾ ਉੱਥੇ ਵੀ ਜਿਹੜੇ ਉਹ ਪਾਣੀ ਦੇ ਵਿੱਚ ਛਪ ਛਪ ਕਰਨ ਲੱਗ ਪਿਆ। ਉਹਨੇ ਉੱਪਰੋਂ ਕਮੈਂਟ ਕੀਤੀ, ਕਹਿੰਦੇ ਅੰਨੇ ਦਾ ਪੁੱਤ ਅੰਨਾ ਹੀ ਆ। ਤਾਂ ਮਹਾਭਾਰਤ ਹੋ ਗਈ, ਦੇਖ ਲਓ। ਮਾਇਆ ਚਿੱਤਰ ਬਚਿੱਤਰ ਵਿਮੋਹਿਤ, ਬਿਰਲਾ ਬੂਝ ਹੈ ਕੋਈ। ਕਹਿੰਦੇ ਕੋਈ ਟਾਵਾਂ ਜਿਹੜਾ ਹੈ ਇਹਨੂੰ ਬੁੱਝਦਾ ਹੈ ਭਾਈ, ਟਾਵਾਂ, ਨਹੀਂ ਤਾਂ ਸਾਰੇ ਜਿਹੜੇ ਮੋਏ ਜਾਂਦੇ ਆ ਦੁਰਯੋਧਨ ਵਾਂਗੂ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਪੂਰੀ ਲਾਈਨ ਦੇ ਵਿੱਚ 3 ਵਾਰੀ ਇੱਕੋ ਗੱਲ ਕਹਿ ਰਹੇ ਨਾਮਦੇਵ ਜੀ, 3 ਵਾਰੀ ਇੱਕੋ ਹੀ ਗੱਲ ਕਹਿ ਰਹੇ। ਕਹਿੰਦੇ ਮੰਨ ਲਾ ਪਿਆਰਿਆ, ਮੰਨ ਲਾ, ਮੰਨ ਲਾ, ਮੰਨ ਲਾ। ਦੇਖ ਤੂੰ ਨਹੀਂ ਮੰਨੇਗਾ, ਤੂੰ ਆਪਣੇ ਆਪ ਨੂੰ ਉੱਚਾ ਗਿਣ ਲਏਗਾ, ਤੂੰ ਆਪਣੇ ਆਪ ਨੂੰ ਉੱਚਾ ਸਮਝ ਲਏਗਾ, ਦੂਸਰੇ ਨੂੰ ਨੀਵਾਂ ਸਮਝ ਲਏਗਾ। ਬਸ ਹੋ ਗਿਆ, ਤੇਰਾ ਲੈਵਲ ਡਿਫਰੈਂਸ ਹੋ ਗਿਆ। ਹੁਣ ਜਿੱਥੇ ਲੈਵਲ ਡਿਫਰੈਂਸ ਆ ਉਹ ਉਸ ਪਾਸੇ ਨੂੰ ਫਿਰ ਚੱਲ ਪਿਆ, ਵਿਚਾਰ ਤੇਰੇ ਚੱਲ ਪਏ, ਫਿਰ ਉੱਧਰੋਂ ਆਉਣਾ ਸ਼ੁਰੂ ਹੋ ਗਿਆ, ਲੈਣ ਦੇਣ ਸ਼ੁਰੂ ਹੋ ਗਿਆ। ਉੱਥੇ ਹੀ ਜਿੱਥੇ ਹੀ ਜਿਹੜਾ ਹੈਗਾ ਆਪਾਂ ਨੇ ਡਿਫਰੈਂਸ ਕਰ ਲਿਆ, ਉੱਥੇ ਹੀ ਜਿਹੜਾ ਹੈਗਾ ਸ਼ੁਰੂ ਹੋ ਗਿਆ। ਸਮ ਦ੍ਰਿਸ਼ਟੀ ਨਹੀਂ ਰਹੀ ਆਪਣੀ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਣ ਸਤ ਸਹੰਸ, ਜੈਸੇ ਓਤ ਪੋਤ ਪ੍ਰਭ ਸੋਈ ਰਾਹੋ। ਕਹਿੰਦੇ ਸੂਤ ਸਾਰਿਆਂ ਦੇ ਵਿੱਚ ਇੱਕੋ ਹੀ ਸੂਤ ਆ ਭਾਈ, ਉਹ ਮਾਲਕ ਪਰਮਾਤਮਾ ਦੇ ਹੱਥ 'ਚ ਆ ਸੂਤਰ। ਮਾਲਕ ਦੇ ਹੱਥੋਂ ਜਿਹੜਾ ਸੂਤਰ ਆ ਉਹਦੇ ਸਾਰੇ ਪਰੋਏ ਪਏ ਆ, ਸਾਰਿਆਂ ਦਾ ਕੰਟਰੋਲ ਮਾਲਕ ਦੇ ਕੋਲ ਹੈਗਾ। ਜਿਹਨੂੰ ਮੋਤੀ ਨੂੰ ਚਾਹੁੰਦਾ ਹੈ ਕੱਢ ਦਿੰਦਾ ਹੈ, ਜਿਹਨੂੰ ਮੋਤੀ ਨੂੰ ਸਰੀਰ ਦਿੰਦਾ ਹੈ ਦੇ ਦਿੰਦਾ ਹੈ। ਉਹਦੀ ਮਰਜ਼ੀ ਚੱਲਦੀ ਹੈ ਮਾਲਕ ਪਰਮਾਤਮਾ ਦੀ। ਸੂਤ ਏਕ ਮਣ, ਮਣ ਕਹਿੰਦੇ ਮਣੀਆਂ ਕਿੰਨੀਆਂ? 7। 7 ਕਹਿੰਦੇ ਆ, 7 ਦਾ ਮਤਲਬ 7 ਨਹੀਂ, 7 ਦਾ ਮਤਲਬ 100 ਵੀ ਹੁੰਦਾ ਹੈ, 100 ਵੀ ਹੁੰਦਾ ਹੈ। ਕਹਿੰਦੇ 7%।
ਸੂਤ ਏਕ ਮਣ ਸੱਤ ਸਹੰਸ, ਸਹੰਸ ਕਹਿੰਦੇ ਹਜ਼ਾਰ, ਸੈਂਕੜੇ ਹਜ਼ਾਰ ਕਹਿੰਦੇ ਮਣੀਆਂ ਹੈਗੀਆਂ, ਗਿਣੀਆਂ ਹੀ ਨਹੀਂ ਜਾ ਸਕਦੀਆਂ, ਇੰਨੀਆਂ ਕੁ ਮਣੀਆਂ ਹੈਗੀਆਂ। ਸੂਤ ਏਕ ਮਣ ਸੱਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ। ਇਸ ਤਰੀਕੇ ਦੇ ਨਾਲ ਉਹ ਮਾਲਕ ਪਰਮਾਤਮਾ ਜਿਵੇਂ ਜਿਹੜਾ ਹੈਗਾ ਜੁਲਾਹੇ ਦਾ ਜਿਹੜਾ ਕੱਪੜਾ ਹੁੰਦਾ ਹੈ, ਕੱਪੜਾ ਬੁਣਦੇ ਆ, ਓਤ ਪੋਤ ਲੌਂਗੀਟਿਊਡਨਲ ਐਂਡ ਕ੍ਰਾਸਵਾਈਜ਼ ਜਿਹੜੀ ਹੈਗੀਆਂ ਧਾਗੇ ਹੁੰਦੇ ਆ, ਉਹਨਾਂ ਨੂੰ ਕਿਸ ਤਰ੍ਹਾਂ ਉਹ ਕੁੱਚ ਮਾਰ ਮਾਰ ਕੇ ਜਿਹੜਾ ਆ ਇਕੱਠਾ ਕਰ ਲੈਂਦੇ, ਉਹਦੇ ਵਿੱਚੋਂ ਦੀ ਕੁਛ ਹਵਾ ਵੀ ਨਹੀਂ ਪਾਸ ਹੁੰਦੀ। ਸੂਤ ਏਕ ਮਣ ਸੱਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ। ਇਸ ਤਰ੍ਹਾਂ ਉਹ ਮਾਲਕ ਪਰਮਾਤਮਾ ਓਤ ਪੋਤ ਹੈਗਾ ਭਾਈ। ਇਹ ਸਾਰੀ ਸ੍ਰਿਸ਼ਟੀ ਦੇ ਵਿੱਚ ਸਾਰਿਆਂ ਦੇ ਅੰਦਰ ਰਹਾਓ। ਹੁਣ ਐਗਜ਼ਾਮਪਲ ਦੇ ਰਹੇ ਸਾਰੇ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਇਹ ਮਾਇਆ ਚਿੱਤਰ ਤੋਂ ਵਿਚਿੱਤਰ ਤੋਂ ਆਪਾਂ ਨੂੰ ਨਿਕਲਣ ਵਾਸਤੇ ਆਪ ਜਿਹੜੇ ਹੈਗੇ ਭਗਤ ਜੀ ਜਿਹੜੇ ਹੈਗੇ ਕੋਸ਼ਿਸ਼ ਕਰ ਰਹੇ ਆ, ਆਪਾਂ ਨੂੰ ਗਿਆਨ ਦੇ ਰਹੇ, ਆਪਣਾ ਗੁਰੂ ਗਿਆਨ ਦੇ ਰਹੇ, ਸਮ ਦ੍ਰਿਸ਼ਟੀ ਹੋਣ ਵਾਸਤੇ, ਮਨਮੁਖ ਤੋਂ ਗੁਰਮੁਖ ਹੋਣ ਵਾਸਤੇ ਆਪਾਂ ਨੂੰ ਗਿਆਨ ਦੇ ਰਹੇ। ਰਹਾਓ ਜਲ ਤਰੰਗ ਔਰ ਫੇਨ ਬੁੱਧਬੁਦਾ ਜਲ ਤੇ ਭਿੰਨ ਨਾ ਹੋਈ। ਕਹਿੰਦੇ ਦੇਖ ਲੈ ਤਰੰਗਾਂ ਜਿਹੜੀਆਂ ਪਾਣੀ 'ਚ ਉੱਡਦੀਆਂ ਹੈ ਔਰ ਝੱਗ ਹੁੰਦੀ ਹੈ ਪਾਣੀ ਦੇ ਵਿੱਚ, ਔਰ ਜਿਹੜਾ ਹੈਗਾ ਉਹਦੇ ਵਿੱਚ ਬੁਲਬੁਲੇ ਵੀ ਹੁੰਦੇ ਆ। ਅਤੇ ਫਿਰ ਜਦ ਜਿਹੜਾ ਹੈਗਾ ਪਾਣੀ ਜਿਹੜਾ ਟਿਕ ਜਾਂਦਾ ਹੈ, ਫਿਰ ਸਾਰੇ ਖਤਮ ਹੋ ਜਾਂਦੇ। ਕਿੱਥੇ ਗਏ ਬੁਲਬੁਲੇ, ਕਿੱਥੇ ਗਈਆਂ ਤਰੰਗਾਂ, ਕਿੱਥੇ ਗਈ ਝੱਗ। ਦੇਖੋ ਜਿਹੜਾ ਮਿਸਟ ਜਿਹੜੀ ਹੈਗੀ ਕਿ ਆਪ ਝਰਨੇ ਦੇ ਉੱਤੇ ਜਾ ਕੇ ਦੇਖੋ ਕਿੰਨੀ ਕੁ ਮਿਸਟ ਹੁੰਦੀ, ਨਜ਼ਰ ਹੀ ਨਹੀਂ ਆਉਂਦਾ ਕੁਛ, ਇੰਨੀ ਮਿਸਟ ਹੋ ਜਾਂਦੀ ਹੈ। ਜਲ ਤਰੰਗ ਔਰ ਫੇਨ ਬੁੱਧਬੁਦਾ ਜਲ ਤੇ ਭਿੰਨ ਨਾ ਹੋਈ। ਇਹ ਪਰਪੰਚ ਪਾਰ ਬ੍ਰਹਮ ਕੀ ਲੀਲਾ ਵਿਚਰਤ ਆਨ ਨਾ ਹੋਈ। ਕਹਿੰਦੇ ਪਰਪੰਚ ਆ ਪਿਆਰਿਆ, ਆਹੀ ਤਾਂ ਪਰਪੰਚ ਹੈਗਾ। ਤੂੰ ਫਸ ਗਿਆ ਪਰਪੰਚ ਦੇ ਵਿੱਚ। ਪਰਪੰਚ ਕੀ ਕਹਿੰਦੇ? ਖਲਾਰਾ, ਜਾਲ। ਇਹ ਪਰਪੰਚ ਜਿਹੜਾ ਸੱਚ ਨਾ ਹੋਏ। ਇਹ ਪਰਪੰਚ ਪਾਰ ਬ੍ਰਹਮ ਕੀ ਲੀਲਾ। ਲੀਲਾ ਕਹਿੰਦੇ ਆ ਉਹਦਾ ਤਮਾਸ਼ਾ। ਇਹ ਪਰਪੰਚ ਪਾਰ ਬ੍ਰਹਮ, ਉਹ ਬ੍ਰਹਮ ਆ, ਬ੍ਰਹਮ ਹੈ ਸਾਰਾ, ਉਹ ਪਾਰ ਬ੍ਰਹਮ ਆ। ਕਹਿੰਦੇ ਉਹ ਪਾਰ ਬ੍ਰਹਮ ਜਿਹੜਾ ਪਰਲੇ ਕਿਨਾਰੇ ਬੈਠਾ ਹੈ, ਜਿਹਦੇ ਹੱਥ 'ਚ ਧਾਗਾ ਹੈਗਾ, ਇਹ ਸਾਰੀ ਉਹਦੀ ਲੀਲਾ ਚੱਲ ਰਹੀ ਹੈ ਭਾਈ। ਉਹ ਲੀਲਾ ਕਰ ਰਿਹਾ ਮਾਲਕ ਪਰਮਾਤਮਾ। ਇਹ ਪਰਪੰਚ ਪਾਰ ਬ੍ਰਹਮ ਕੀ ਲੀਲਾ ਵਿਚਰਤ ਆਨ ਨਾ ਹੋਈ। ਵਿਚਰਤ ਜਿਹੜਾ ਵਰਡ ਹੈਗਾ ਇਹ ਵੀ ਬਹੁਤ ਟਿਪੀਕਲ ਵਰਡ ਆ। ਇਹਦੇ ਵਿੱਚ ਵਿਚਰਨ ਦੇ ਨਾਲ ਨਹੀਂ, ਕਹਿੰਦੇ ਇਹਨੂੰ ਵਿਚਾਰ। ਜੇ ਤੂੰ ਇਹਨੂੰ ਵਿਚਾਰੇਂਗਾ ਤੇ ਤੈਨੂੰ ਇਹ ਦੂਸਰੀ ਨਹੀਂ ਲੱਗੂਗੀ ਉਸ ਮਾਲਕ ਤੋਂ। ਜੇ ਇਹਨੂੰ ਵਿਚਾਰ ਲਏਗਾ ਤੇ ਇਹ ਪਰਪੰਚ ਪਾਰ ਬ੍ਰਹਮ ਕੀ ਲੀਲਾ ਵਿਚਰਤ ਆਨ ਨਾ ਹੋਈ। ਦੇਖ ਵਿਚਾਰੇਂਗਾ ਤੇ ਤੈਨੂੰ ਪਤਾ ਲੱਗ ਜਾਏਗਾ ਵੀ ਉਸ ਤੋਂ ਮਾਲਕ ਤੋਂ ਵੱਖਰੀ ਨਹੀਂ ਹੈਗੀ। ਮਾਲਕ ਹੀ ਹੈ ਸਾਰਿਆਂ ਦੇ ਵਿੱਚ, ਇਹ ਲੀਲਾ ਦੇ ਵਿੱਚ। ਮਿਥਿਆ ਭਰਮ ਔਰ ਸੁਪਨ ਮਨੋਰਥ ਸਤ ਪਦਾਰਥ ਜਾਣਿਆ। ਕਹਿੰਦੇ ਇਹ ਤਾਂ ਧੋਖਾ ਸੀਗਾ, ਇਹ ਤਾਂ ਟਰੈਪ ਸੀਗੀ, ਇਹ ਤਾਂ ਮਿਥਿਆ ਸੀਗਾ, ਭਰਮ ਸੀਗਾ, ਭੁਲੇਖਾ ਸੀਗਾ ਤੇਰਾ। ਇਹ ਤਾਂ ਸੁਪਨਾ ਸੀਗਾ, ਸੁਪਨਾ। ਸੁਪਨੇ ਦੇ ਵਿੱਚ ਕੋਈ ਸਮਾਨ ਦੇਖ ਲਿਆ, ਤੂੰ ਧਨ ਦੌਲਤ ਸੋਨਾ ਚਾਂਦੀ ਦੇਖ ਲਿਆ ਤੇ ਤੂੰ ਉਹਨੂੰ ਸੱਚ ਮੰਨ ਲਿਆ। ਇਹ ਤਾਂ ਸੁਪਨ ਦਾ ਮਨੋਰਥ ਹੈ ਤੇਰਾ। ਸੱਤ ਪਦਾਰਥ ਜਾਣਿਆ, ਤੂੰ ਤਾਂ ਸਮਝ ਲਿਆ ਵੀ ਇਹ ਤਾਂ ਸੀਗਾ ਮੈਨੂੰ, ਇਹ ਸੁਪਨਾ ਹੈ। ਜੋ ਚੀਜ਼ਾਂ, ਦੋ ਸਮਾਨ ਤੂੰ ਦੇਖ ਰਿਹਾ ਹੈ, ਇਹ ਸਾਰਾ ਸੁਪਨਾ ਹੈ। ਹੁਣ ਆਪਾਂ ਨੇ ਮੰਨਣਾ ਥੋੜ੍ਹੀ ਨਾ, ਕਹਿਣਾ ਆਹ ਕਾਰ ਸੁਪਨਾ ਥੋੜ੍ਹੀ ਨਾ, ਮੇਰੀ ਘਰ ਵਾਲੀ ਸੁਪਨਾ ਥੋੜ੍ਹੀ ਨਾ ਹੈਗੀ, ਬੱਚੇ ਸੁਪਨਾ ਥੋੜ੍ਹੀ ਨਾ ਹੈਗੇ। ਦੇਖ ਲਓ ਭਾਈ, ਤੇ ਸੁਪਨਾ ਨਹੀਂ ਹੈਗੇ ਤੇ ਫਿਰ ਇੱਕ ਚਲੇ ਕਿਉਂ ਜਾਂਦੇ ਆ ਭਾਈ? ਆਪਾਂ ਹੀ ਕਿਉਂ ਚਲੇ ਜਾਂਦੇ ਆ? ਆਪਾਂ ਵੀ ਤਾਂ ਸੁਪਨਾ ਹੀ ਹੈਗੇ। ਨਹੀਂ ਮੰਨਦੇ ਤੇ ਨਾ ਮੰਨੀਏ, ਉਹ ਤੇ ਮਾਲਕ ਨੂੰ ਕੀ ਹੋ ਜਾਣਾ ਭਾਈ? ਮਾਲਕ ਨੂੰ ਕੀ ਹੋ ਜਾਣਾ? ਨਹੀਂ ਮੰਨਣਾ ਤੇ ਨਾ ਮੰਨੋ ਭਾਈ, ਕੋਈ ਪ੍ਰੋਬਲਮ ਨਹੀਂ ਹੈ, ਕੋਈ ਪ੍ਰੋਬਲਮ ਨਹੀਂ ਹੈ। ਮਿਥਿਆ ਭਰਮ ਔਰ ਸੁਪਨ ਮਨੋਰਥ ਸਤ ਪਦਾਰਥ ਜਾਣਿਆ। ਸੁਕ੍ਰਿਤ ਮਨਸਾ ਗੁਰ ਉਪਦੇਸੀ ਜਾਗਤੀ ਮਨ ਮਾਨਿਆ। ਬਸ ਇੱਥੇ ਦੇਖੋ, ਹੁਣ ਸ਼ਬਦ ਖਤਮ ਹੋਣ ਵਾਲਾ ਹੈ ਨਾਮਦੇਵ ਜੀ ਦਾ। ਇਹ ਸੈਕੰਡ ਲਾਸਟ ਹੈਗਾ, ਆਖਰੀ ਤੋਂ ਪਹਿਲਾ ਬੰਦ। ਸੁਕ੍ਰਿਤ
ਕਹਿੰਦੇ ਸਭ ਤੋਂ ਚੰਗੀ ਕਿਰਤ, ਸਭ ਤੋਂ ਚੰਗੀ ਗੱਲ ਮਨਸਾ। ਮਨਸਾ ਕਹਿੰਦੇ ਮਨ ਦੇ ਵਿੱਚ ਕੀ ਆ? ਮਨ ਦੇ ਵਿੱਚ ਵਿਚਾਰ, ਮਨ ਦੇ ਵਿੱਚ ਗਿਆਨ। ਆਹ ਵਿਚਾਰ ਮੇਰੇ ਗੁਰੂ ਨੇ ਦਿੱਤਾ। ਸੁਕ੍ਰਿਤ ਮਨਸਾ ਗੁਰ ਉਪਦੇਸੀ। ਆਹ ਗੁਰੂ ਦਾ ਉਪਦੇਸ਼ ਹੈਗਾ ਭਾਈ। ਆਹ ਗੁਰੂ ਦਾ ਉਪਦੇਸ਼ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈਗਾ ਭਾਈ। ਜੇ ਇਹਨੂੰ ਲੈ ਲਾਂਗੇ ਗੁਰਮੁਖ ਹੋ ਜਾਵਾਂਗੇ, ਨਹੀਂ ਤਾਂ ਮਨਮੁਖ ਹੀ ਰਵਾਂਗੇ। ਸਾਰਿਆਂ ਦੇ ਵਿੱਚ ਮਾਲਕ ਪਰਮਾਤਮਾ ਹੈਗਾ। ਫਿਰ ਧੋਖਾ ਕਿਹਨੂੰ ਦੇਵਾਂਗੇ ਆਪਾਂ? ਕਿਹੜੇ ਪਾਸੇ ਨੂੰ ਕਿਹਨੂੰ ਗਾਲ ਕੱਢਾਂਗੇ? ਸੁਕ੍ਰਿਤ ਮਨਸਾ ਗੁਰ ਉਪਦੇਸੀ ਜਾਗਤ ਹੀ ਮਨ ਮਾਨਿਆ। ਇੱਥੇ ਜਾਗਦਾ ਹੈ ਬੰਦਾ। ਜੇ ਜਾਗ ਗਿਆ ਮਨ ਮੰਨ ਗਿਆ ਭਾਈ, ਨਹੀਂ ਤਾਂ ਫਿਰ ਸੁੱਤਾ ਪਿਆ ਹੈ ਭਾਈ। ਚਾਰਜ ਮਨ ਦੇ ਕੋਲ ਹੀ ਹੈ। ਸੁਕ੍ਰਿਤ ਮਨਸਾ ਗੁਰ ਉਪਦੇਸੀ ਜਾਗਤ ਹੀ ਮਨ ਮਾਨਿਆ। ਕਹਿਤ ਨਾਮ ਦਿਓ ਹਰ ਕੀ ਰਚਨਾ, ਦੇਖੋ ਹਿਰਦੈ ਵਿਚਾਰੀ। ਆਖਰੀ ਦੇ ਵਿੱਚ ਫਿਰ ਨਾਮਦੇਵ ਜੀ ਸੱਟ ਮਾਰੇ, ਫਿਰ ਗਿਆਨ ਦੇ ਰਹੇ ਆਪਾਂ ਨੂੰ। ਕਹਿੰਦੇ ਰਚਨਾ ਹੈ ਪਿਆਰਿਆ, ਰਚਨਾ ਹੈ ਮਾਲਕ ਪਰਮਾਤਮਾ ਦੀ। ਇਹ ਰੀਅਲ ਨਹੀਂ ਹੈਗੀ। ਇਹ ਮਾਲਕ ਦੀ ਸ਼ਕਤੀ ਹੈ, ਇੰਨੀ ਰੀਅਲ ਹੈਗੀ ਬਸ। ਵੀ ਮਾਲਕ ਦੀ ਸ਼ਕਤੀ ਹੈ। ਮਾਲਕ ਇਹ ਖਤਮ ਨਹੀਂ ਹੋਣ ਵਾਲੀ। ਇਹ ਵਾਪਸ ਮਾਲਕ ਚਲੇ ਜਾਏਗੀ। ਇਹ ਇਲੈਕਟ੍ਰੋਨ, ਪ੍ਰੋਟੋਨ, ਨਿਊਟਨ, ਇਹ ਸਾਰੀ ਪਾਵਰ ਹੈ ਮਾਲਕ ਪਰਮਾਤਮਾ ਦੀ। ਇਹ ਕਰੰਟ ਹੈਗਾ ਮਾਲਕ ਪਰਮਾਤਮਾ ਦਾ। ਕਹਿਤ ਨਾਮ ਦਿਓ ਹਰ ਕੀ ਰਚਨਾ, ਦੇਖੋ ਹਿਰਦੇ ਵਿਚਾਰੀ। ਕਹਿੰਦੇ ਵਿਚਾਰ ਕਰਕੇ ਦੇਖ ਲਾ ਪਿਆਰਿਆ, ਮੇਰੀ ਗੱਲ ਨੂੰ ਸਮਾਂ ਲੈ ਲਾ, ਇਹਨੂੰ ਵਿਚਾਰ ਕਰ ਲਾ, ਦੇਖ ਲਾ। ਜੇ ਰੀਅਲ ਹੁੰਦੀ ਤਾਂ ਕਿਸ ਤਰ੍ਹਾਂ ਜਿਹੜਾ ਹੈਗਾ ਸਰੀਰ ਹਵਾ 'ਚ ਹੀ ਸਰੀਰ ਬਣੀ ਜਾਂਦੇ ਸਾਰੇ ਦੇ ਸਾਰੇ। ਦੇ ਕਿਵੇਂ ਜਿਹੜਾ ਸਰੀਰ ਮਾਂ ਦੇ ਪੇਟ 'ਚ ਬਣ ਜਾਂਦਾ ਆਪਣੇ ਆਪ। ਕਹਿਤ ਨਾਮ ਦਿਓ ਹਰ ਕੀ ਰਚਨਾ, ਦੇਖੋ ਹਿਰਦੈ ਵਿਚਾਰੀ। ਘਟ ਘਟ ਅੰਤਰ ਸਰਬ ਨਿਰੰਤਰ, ਕੇਵਲ ਏਕ ਮੁਰਾਰੀ। ਹਰੇਕ ਦੇ ਘਟ ਘਟ ਦੇ ਵਿੱਚ ਹਰ ਜਗ੍ਹਾ ਤੇ ਘਟ ਵੀ ਛੱਡ ਦੇ, ਬਾਕੀ ਜੋ ਕੁਛ ਵੀ ਦਿਸ ਰਿਹਾ ਤੈਨੂੰ ਹਰੇਕ ਜਗ੍ਹਾ ਤੇ ਕੇਵਲ ਏਕ ਮੁਰਾਰੀ। ਉਹ ਮਾਲਕ ਪਰਮਾਤਮਾ ਹੀ ਹੈਗਾ, ਔਰ ਕੁਛ ਨਹੀਂ ਹੈਗਾ। ਆਹ ਸੀਗਾ ਜੀ ਜਿੱਥੇ ਆਪਾਂ ਸਟਾਰਟ ਦੇ ਵਿੱਚ ਜਿਹੜੇ ਆਪਾਂ ਨੇ ਉਹ ਸ਼ੁਰੂ ਹੋਏ ਸੀ ਆਪਾਂ। ਅਨਕ ਜਨਮ ਵੀਰ ਜੀ, ਹਾਂਜੀ। ਆਏ ਅਨੇਕ ਜਨਮ ਭ੍ਰਮ ਸ਼ਰਨੀ, ਉਦਰ ਦੇ ਅੰਧਕੂਪ ਤੇ ਲਾਵੋ ਆਪਣੀ ਚਰਨੀ। ਬਿਲਕੁਲ ਭਰਮ ਦੇ ਨਾਲ ਹੀ ਕਹਿੰਦੇ ਅਨੇਕਾਂ ਜਨਮਾਂ ਦੇ ਵਿੱਚ ਆਏ ਅਨੇਕ ਜਨਮ ਭਰਮ ਦੇ ਨਾਲ ਹੀ। ਬਿਲਕੁਲ ਗੱਲ ਕੀਤੀ ਨਾ। ਹਾਂ ਬਿਲਕੁਲ ਇਹੀ ਗੱਲ ਹੈ, ਇਹੀ ਗੱਲ ਹੈ। ਉਦਰ ਦੇ ਅੰਧਕੂਪ ਤੇ ਅੰਧਕੂਪਿਆ ਭਰਮ ਦੇ ਨਾਲ ਇਹ ਬਣਿਆ ਹੈ। ਹਾਂ ਅੰਧਕੂਪਿਆ। ਹਾਂ ਔਰ ਆਪਣੇ ਅੰਦਰੋਂ ਡਿਮਾਂਡ ਨਹੀਂ ਉੱਠ ਰਹੀ, ਆਪਣੇ ਅੰਦਰੋਂ ਨਿਕਲਣ ਦਾ ਨਹੀਂ ਹੋ ਰਿਹਾ। ਆਪਾਂ ਮਾਲਕ ਦਾ ਤਿਆਰ ਹੈ। ਦੇਖੋ ਕਈਆਂ ਦੇ ਅੰਦਰ ਜਿਹੜੇ ਹੈਗੇ ਸ਼ਬਦ ਪਿਛਲੇ ਜਨਮ ਦੀ ਕਮਾਈ ਪ੍ਰਗਟ ਹੋ ਜਾਂਦੇ ਸ਼ਬਦ, ਪਰ ਆਪਾਂ ਨਹੀਂ ਚਾਹੁੰਦੇ ਨਿਕਲਣਾ, ਫਿਰ ਫਸੇ ਹੋਏ ਹਾਂ। ਮੈਂ ਤਾਂ ਹੈਰਾਨ ਆ ਨਾ। ਦੇਖੋ ਉਹ ਬੀਬੀ ਜਿਹੜੀ ਹੈਗੀ ਕਹਿੰਦੀ ਮੇਰੇ ਅੰਦਰ ਇਹ ਸ਼ਬਦ ਤਾਂ ਮੇਰੇ ਅੰਦਰ ਬਹੁਤ ਸਮੇਂ ਤੋਂ ਪ੍ਰਗਟ ਹੈ। ਸੋਰਠ ਮਹਲਾ ਚੌਥਾ। ਦੁੱਖ ਕੇ ਅਨਕ ਜਨਮ ਵਿਛੜੇ ਦੁੱਖ ਪਾਇਆ, ਮਨਮੁਖ ਕਰਮ ਕਰੇ ਅਹੰਕਾਰੀ। ਸਾਧੂ ਪਰਸਤ ਹੀ ਪ੍ਰਭ ਪਾਇਆ, ਗੋਬਿੰਦ ਸ਼ਰਨ ਤੁਮਾਰੀ। ਬਸ ਆ ਦੇਖ ਲਓ ਭਾਈ, ਇਹ ਮਨਮੁਖ ਤੋਂ ਗੁਰਮੁਖ ਹੋਣਾ ਹੈ ਭਾਈ। ਮਾਲਕ ਪਹਿਲੀ ਲਾਈਨ 'ਚ ਇਹੀ, ਅਨਕ ਜਨਮ ਵਿਛੜੇ ਦੁੱਖ ਪਾਇਆ, ਮਨਮੁਖ ਕਰਮ ਕਰੇ ਅਹੰਕਾਰੀ। ਕਿਉਂ? ਕਿਉਂਕਿ ਮਨ ਦੇ ਪਿੱਛੇ ਲੱਗੇ ਹੋਏ ਆ। ਮਨ ਜੋ ਕਹਿੰਦਾ ਉਹੀ ਕਰਮ ਕਰ ਰਹੇ ਆ, ਔਰ ਹੰਕਾਰ ਹਉਮੈ ਆਪਣੇ ਅੰਦਰ ਰਹਿੰਦੀ। ਇਸ ਕਰਕੇ ਵਿਛੜੇ ਹੋਏ। ਜੇ ਹੁਣ ਵੀ ਹਾਲੇ ਵੀ ਜਿਹੜਾ ਹੈਗਾ, ਜੇ ਮਨਮੁਖ ਤੋਂ ਨਹੀਂ ਚਾਰਜ ਲੈਂਦੇ, ਮਨ ਤੋਂ ਚਾਰਜ, ਮਨ ਜਿਹੜਾ ਹੈਗਾ ਨਹੀਂ ਰਿਵਰਸ ਜਿੱਦਾਂ ਜਾਂਦਾ, ਨਹੀਂ ਯੂ ਟਰਨ ਲੈਂਦਾ, ਨਹੀਂ ਧਿਆਨ ਸਿਮਰਨ ਕਰਦਾ, ਤੇ ਹਾਲੇ ਵੀ ਉਸੇ ਤਰੀਕੇ ਨਾਲ ਰਹਿਣਾ ਹੈ। ਕੋਈ ਉਹਦੇ ਚੇਂਜ ਆਉਣ ਵਾਲਾ ਨਹੀਂ ਹੈਗਾ। ਆ ਵੀ ਜਨਮ ਜਾਣਾ ਹੀ ਜਾਣਾ ਹੈ। ਸਾਧੂ ਪਰਸਤੀ ਪ੍ਰਭ ਪਾਇਆ, ਗੋਬਿੰਦ ਸ਼ਰਨ ਤੁਮਾਰੀ। ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਗੁਰੂ ਦੀ ਮੱਤ ਜਿਹੜੀ ਲਵਾਂਗੇ ਤੇ ਪਰਮਾਤਮਾ ਮਿਲ ਜਾਂਦਾ ਹੈ ਭਾਈ। ਯੂ ਟਰਨ ਲੈ ਲਿਆ, ਮਾਲਕ ਪਰਮਾਤਮਾ ਮਿਲ ਜਾਏਗਾ, ਗੇਮ 'ਚੋਂ ਬਾਹਰ ਹੋ ਜਾਵਾਂਗੇ। ਇਹ ਸ਼ਬਦ ਹੋ ਗਿਆ ਸੀਗਾ। ਇਸ ਤੋਂ ਅੱਗੇ ਜਿਹੜਾ ਹੈਗਾ ਹੁਣ ਅਗਲਾ ਸ਼ਬਦ ਲਈਏ ਆਪਾਂ 607 ਅੰਗ ਦੇ ਉੱਤੇ। ਸੋਰਠ ਮਹਲਾ ਚੌਥਾ। ਹਰ ਸਿਉ ਪ੍ਰੀਤ ਅੰਤਰ ਮਨ ਬੇਦਿਆ,
ਹਰ ਬਿਨ ਰਹਿਣ ਨਾ ਜਾਈ। ਆਹ ਦੇਖ ਲਓ, ਜਿਨ੍ਹਾਂ ਨੂੰ ਗੁਰੂ ਦੀ ਸੰਗਤ ਹੋ ਗਈ, ਜਿਨ੍ਹਾਂ ਨੇ ਜਿਹੜਾ ਹੈਗਾ ਸ਼ਿਫਟ ਹੋ ਗਏ, ਜਿਹੜੇ ਜਿਨ੍ਹਾਂ ਨੇ ਗੁਰੂ ਦੀ ਮੱਤ ਲੈ ਲਈ, ਅਤੇ ਗੁਰੂ ਨੇ ਕੀ ਕਰਨਾ ਹੈ, ਗਿਆਨ ਨੇ ਕੀ ਕਰਨਾ ਹੈ, ਗੁਰੂ ਦੀ ਮੱਤ ਨੇ ਕੀ ਕਰਨਾ ਹੈ, ਪਰਮਾਤਮਾ ਦੇ ਨਾਲ ਪਿਆਰ ਪਾ ਦੇਣਾ ਹੈ। ਪਰਮਾਤਮਾ ਦੇ ਨਾਲ ਪਿਆਰ ਪਾ ਦੇਣਾ, ਇਸ ਤਰ੍ਹਾਂ ਘੜਨਾ ਹੈ ਉਹਨੇ, ਇਸ ਤਰ੍ਹਾਂ ਤਰਾਸ਼ ਦੇਣਾ ਹੈ, ਇਸ ਤਰ੍ਹਾਂ ਤਰਾਸ਼ ਦੇਣਾ ਹੈ। ਇੰਨੀ ਉਹ ਮਾਲਕ ਪਰਮਾਤਮਾ ਜਿਹੜਾ ਅੰਦਰ ਬੈਠਾ ਹੈ, ਬੇਬਲ ਹੋ ਜਾਣਾ, ਬੇਬਲ ਹੋ ਜਾਣਾ ਹੈ ਇਨਸਾਨ ਨੇ ਉਹਨੂੰ ਮਿਲਣ ਦੇ ਵਾਸਤੇ। ਕਿਸ ਤਰ੍ਹਾਂ ਹੋ ਜਾਣਾ, ਕਿੰਨਾ ਕੁ ਹੋ ਜਾਣਾ ਹੈ। ਸੋਰਠਮਾਲਾ ਚੌਥਾ, ਹਰਸ਼ੋਂ ਪ੍ਰੀਤ ਅੰਤਰ ਮਨ ਵੇਦਿਆ। ਇਸ ਤਰ੍ਹਾਂ ਜਿਹੜਾ ਹੈਗਾ ਇੰਨਾ ਪਿਆਰ, ਅੰਦਰ ਮਨ ਵਿੰਨਿਆ ਗਿਆ, ਪੂਰਾ ਸ਼ਿਫਟ ਹੋ ਗਿਆ, ਵਿੰਨਿਆ ਗਿਆ ਪੂਰਾ। ਹਰ ਬਿਨ ਰਹਿਣ ਨਾ ਜਾਏ। ਉਹ ਮਾਲਕ ਪਰਮਾਤਮਾ ਦੇ ਬਗੈਰ ਹੁਣ ਨਹੀਂ ਰਿਹਾ ਜਾਂਦਾ। ਕਹਿੰਦੇ ਨਹੀਂ ਮਾਲਕਾ, ਹੁਣ ਨਹੀਂ, ਹੁਣ ਤੂੰ ਦਰਸ਼ਨ ਦੇਣੇ ਪੈਣੇ, ਹੁਣ ਨਹੀਂ ਮੈਂ ਰਹਿ ਸਕਦਾ, ਮੈਨੂੰ ਦਰਸ਼ਨ ਦੇ ਬਸ, ਮੇਰੇ ਸਾਹਮਣੇ ਆ ਮਾਲਕਾ, ਮੇਰੇ ਸਾਹਮਣੇ ਆ। ਹਰਸ਼ੋਂ ਪ੍ਰੀਤ ਲਗੀ, ਹਰਸ਼ੋਂ ਪ੍ਰੀਤ ਅੰਤਰ ਮਨ ਵੇਦਿਆ। ਹਰ ਬਿਨ ਰਹਿਣ ਨਾ ਜਾਈ, ਜਿਉ ਮਛਲੀ ਬਿਨ ਨੀਰੈ ਬਿਨਸੈ, ਤਿਉ ਨਾਮੇ ਬਿਨ ਮਰ ਜਾਈ। ਉਹ ਤਾਂ ਨਾਮ ਤੋਂ ਬਗੈਰ, ਧਿਆਨ ਸਿਮਰਨ ਤੋਂ ਬਗੈਰ ਮੌਤ ਹੋ ਜਾਂਦੀ ਹੈ ਉਹਨਾਂ ਦੀ। ਜਿਵੇਂ ਮਛਲੀ ਜਿਹੜੀ ਤੜਫਦੀ ਹੈ, ਇਸ ਤਰੀਕੇ ਦੇ ਨਾਲ ਸੁੰਨ ਦੇ ਵਿੱਚ ਬੈਠਣ ਤੋਂ ਜਿਹੜੇ ਹੈਗੇ ਤੜਫ ਹੋ ਜਾਂਦੀ, ਜੇ ਨਾ ਉਹ ਧਿਆਨ ਸਿਮਰਨ ਕਰ। ਜਿਉ ਮਛਲੀ ਬਿਨ ਨੀਰੈ ਬਿਨਸੈ, ਤਿਉ ਨਾਮੇ ਬਿਨ ਮਰ ਜਾਏ। ਮੇਰੇ ਪ੍ਰਭ ਕਿਰਪਾ ਜਲ ਦੇਵੋ ਹਰ ਨਾਈ। ਇਹ ਮੇਰੇ ਮਾਲਕਾ ਦੇ ਆਪਣੇ ਨਾਮ ਦਾ ਕਿਰਪਾ ਦਾ ਜਲ, ਕਿਰਪਾ ਕਰ ਮੇਰੇ ਉੱਤੇ, ਮੈਨੂੰ ਆਪਣਾ ਨਾਮ ਦੇ, ਮੈਨੂੰ ਆਪਣਾ ਨਾਮ ਦੇ, ਮੈਨੂੰ ਆਪਣਾ ਨਾਮ ਦੇ, ਮੈਨੂੰ ਤੇਰੀ ਯਾਦ, ਮੈਨੂੰ ਤੇਰਾ ਧਿਆਨ ਦੇ। ਮੇਰੇ ਪ੍ਰਭ ਕਿਰਪਾ ਜਲ ਦੇਵੋ ਹਰ ਨਾਈ। ਹੂੰ ਅੰਤਰ ਨਾਮ ਮੰਗਾ ਦਿਨ ਰਾਤੀ, ਨਾਮੇ ਹੀ ਸ਼ਾਂਤ ਪਾਈ ਰਹਾਓ। ਕਹਿੰਦੇ ਮੈਂ ਤਾਂ ਆਹੀ ਮੰਗਾ, ਅੰਦਰ ਵੜ ਕੇ ਮੰਗਾ, ਆਪਣੇ ਅੰਤਰ ਨਾਮ ਮੰਗਾ। ਆਹੀ ਡਿਮਾਂਡ ਹੈ, ਆਹੀ ਵਾਊਚਰ ਹੈ, ਅੰਦਰ ਮਾਲਕ ਦੇ ਦਰਸ਼ਨ ਚਾਹੀਦੇ, ਨਾਮ ਚਾਹੀਦਾ ਹੈ। ਨਿਨਾਮ ਪਦਾਰਥ ਅੰਦਰ ਮਿਲਣਾ ਹੈ ਭਾਈ, ਅੰਦਰ ਖਾਤੇ ਮਿਲਣਾ, ਇਹਦੇ ਬਗੈਰ ਦਰਸ਼ਨ ਨਹੀਂ ਹੋਣੇ। ਹਾਂ ਅੰਤਰ ਨਾਮ ਮੰਗਾ ਦਿਨ ਰਾਤੀ, ਨਾਮੇ ਹੀ ਸ਼ਾਂਤ ਪਾਈ। ਇਹਦੇ ਨਾਲ ਹੀ ਸ਼ਾਂਤੀ ਹੋਣੀ। ਰਹਾਓ ਜਿਉਂ ਚਾਤਰਿਕ ਜਲ ਬਿਨ ਬਿਲ ਆਵੇ, ਤਿਉਂ ਬਿਨ ਜਲ ਪਿਆਸ ਨਾ ਜਾਈ। ਦੇਖ ਲਓ ਭਾਈ, ਇੰਨੀ ਪਿਆਸ ਹੋ ਗਈ, ਚਾਤਰਿਕ ਵਾਲੀ ਪਿਆਸ ਹੋ ਗਈ। ਜਿਉਂ ਚਾਤਰਿਕ ਜਲ ਬਿਨ ਬਿਲ ਆਵੇ, ਜੇ ਬਿਲਕਦਾ ਹੈ ਇਸ ਸਵਾਂਤੀ ਦੀ ਬੂੰਦ ਤੋਂ ਬਗੈਰ, ਉਵੇਂ ਦਾ ਹੈ ਅਭਿਆਸੀ ਜਿਹੜਾ ਹੈਗਾ। ਬਿਨ ਜਲ ਪਿਆਸ ਨਾ ਜਾਏ, ਨਹੀਂ ਜਾਂਦੀ ਪਿਆਸ, ਉਸ ਅੰਮ੍ਰਿਤ ਦੀ ਬੂੰਦ ਦੇ ਬਗੈਰ ਨਹੀਂ ਜਾਂਦੀ ਪਿਆਸ। ਗੁਰਮੁਖੇ ਜਲ ਪਾਵੈ ਸੁਖ ਸਹਿਜੇ, ਹਰਿਆ ਪਾਏ ਸੁਭਾਈ। ਬਸ ਕਹਿੰਦੇ ਜੇ ਸ਼ਿਫਟ ਹੋ ਗਿਆ ਇਨਸਾਨ ਤੇ ਗੁਰੂ ਦੇ ਰਾਹੀਂ ਚੱਲ ਪਿਆ ਤੇ ਉਹਨੂੰ ਮਿਲ ਜਾਣਾ, ਜਲ ਮਿਲ ਜਾਣਾ, ਪਹਿਲਾਂ ਜਲ ਮਿਲ ਜਾਣਾ, ਸੁੱਖ ਆ ਜਾਣਾ, ਸਹਿਜ ਅਵਸਥਾ ਆ ਜਾਣੀ, ਹਰਿਆ ਹੋ ਜਾਣਾ ਉਹਨੇ, ਉਹਦੇ ਪਿਆਰ, ਪਰਮਾਤਮਾ ਦੇ ਪਿਆਰ ਦੇ ਨਾਲ ਸਹਿਜ ਸੁਭਾਈ ਹਰਿਆ ਹੋ ਜਾਣਾ। ਪਰਮਾਤਮਾ ਦੀ ਖਿੱਚ ਇੰਨੀ ਜ਼ਬਰਦਸਤ ਹੋ ਜਾਣੀ ਉਹਦੇ ਅੰਦਰ। ਮਨਮੁਖ ਭੂਲੇ ਦਹਿ ਦਿਸ ਡੋਲੇ, ਬਿਨ ਨਾਵੇਂ ਦੁੱਖ ਪਾਏ। ਦੇਖ ਲਓ, ਮਨ ਦੇ ਪਿੱਛੇ ਚੱਲਣ ਵਾਲੇ ਕਹਿੰਦੇ ਬਥੇਰੀ ਮੈਜੋਰਟੀ ਹੈਗੀ, ਉਹਨਾਂ ਨੇ ਭੁੱਖੇ ਹੀ ਰਹਿਣਾ ਹੈ ਭਾਈ। ਉਹਨਾਂ ਨੇ 10 ਦਿਸ਼ਾਵਾਂ ਦੇ ਵਿੱਚ ਜਿਹੜਾ ਹੈਗਾ ਡੋਲਦੇ ਰਹਿਣਾ 24/7। ਨਾਮ ਤੋਂ ਬਗੈਰ ਦੁਖੀ ਹੋਣਾ ਹੈ ਉਹਨਾਂ ਨੇ, ਨਾਮ ਦੀ ਡਿਮਾਂਡ ਹੀ ਨਹੀਂ ਕਰਨੀ। ਬਿਨ ਨਾਮੇ ਦੁੱਖ ਪਾਏ, ਆ ਜਨਮ ਚਲੇ ਜਾਣਾ ਹੈ ਉਹਨਾਂ ਦਾ। ਜਨਮ ਹੈ ਮਾਰਾ ਹੈ, ਫਿਰ ਜੋਨੀ ਆਵੇ, ਦਰਗਾਹ ਮਿਲੇ ਸਜਾਈ। ਕਹਿੰਦੇ ਜਨਮਦੇ ਆ, ਮਰਦੇ ਆ, ਫਿਰ ਜੂਨਾ ਚਲੇ ਜਾਂਦੇ ਆ, ਔਰ ਦਰਗਾਹ ਦੇ ਵਿੱਚ ਇਸ ਤਰ੍ਹਾਂ ਉਹਨਾਂ ਨੂੰ ਸਜਾ ਧਰਮਰਾਜ ਦੇ ਹੀ ਜਾਂਦਾ ਹੈ। ਕਿਰਪਾ ਕਰੇ ਤਾਂ ਹਰ ਗੁਣ ਗਾਵਾਂ, ਹਰ ਰਸ ਅੰਤਰ ਪਾਈ। ਜੇ ਤੂੰ ਕਿਰਪਾ ਕਰਦੇ ਮਾਲਕਾ, ਮੈਂ ਤੇਰੀ ਭਗਤੀ ਕਰਨੀ ਸ਼ੁਰੂ ਕਰਦਾ, ਮੈਂ ਤੇਰੇ ਗੁਣ ਗਾਉਣੇ ਸ਼ੁਰੂ ਕਰਦਾ। ਸਦਾ ਸਦਾ ਗੁਣ ਗਾਈਏ ਜਪੇ ਨਾਮ ਮੁਰਾਰੀ। ਮੈਂ ਧਿਆਨ ਸਿਮਰਨ ਸ਼ੁਰੂ ਕਰਦਾ, ਮੈਂ ਆਪਣੇ ਅੰਦਰ ਬੈਠਣਾ ਸ਼ੁਰੂ ਕਰਦਾ, ਮੈਂ ਆਪਣੇ ਵਿਚਾਰ ਬੰਦ ਕਰਨੇ ਸ਼ੁਰੂ ਕਰਦਾ। ਕਿਰਪਾ ਕਰੇ ਤਾਂ ਹਰ ਗੁਣ ਗਾਵਾਂ, ਹਰ ਰਸ ਅੰਤਰ ਪਾਈ। ਔਰ ਮੇਰੇ ਅੰਦਰ ਉਹ ਅੰਮ੍ਰਿਤ ਦਾ ਝਰਨਾ ਚੱਲ ਪਏ, ਉਹ ਰਸ ਮਿਲ ਜਾਏ, ਅੰਮ੍ਰਿਤ ਰਸ ਮਿਲ ਜਾਏ, ਅਮਰ ਹੋ ਜਾਵਾਂ ਮੈਂ, ਤੇਰੇ ਦਰਸ਼ਨ ਹੋ ਜਾਣ। ਨਾਨਕ ਦੀਨ ਦਿਆਲ ਪਏ ਹੈ, ਤ੍ਰਿਸ਼ਨਾ ਸ਼ਬਦ ਬੁਝਾਈ।
ਦੇਖੋ ਕਿਵੇਂ ਅਧੀਨ ਹੋ ਰਿਹਾ, ਕਿਵੇਂ ਅਧੀਨ ਹੋ ਰਿਹਾ, ਕਿਵੇਂ ਭਿਖਾਰੀ ਜਿਹੜਾ ਹੈਗਾ ਕਿਵੇਂ ਤਰਲੇ ਕਰ ਰਿਹਾ ਹੈ। ਨਾਨਕ ਦੀਨ ਦਿਆਲ ਪਏ ਹੈ, ਉਹ ਮਾਲਕ ਦਿਆਲ ਹੋ ਗਿਆ। ਐਵੇਂ ਦਾ ਜਿਹੜੀ ਡਿਮਾਂਡ ਤੇ ਐਵੇਂ ਦਾ ਜਿਹੜਾ ਹੈਗਾ ਆਇਆ ਧਿਆਨ ਸਿਮਰਨ, ਆਇਆ ਭਗਤੀ, ਆਇਆ ਡਿਮਾਂਡ, ਆਇਆ ਮਾਲਕ ਪਰਮਾਤਮਾ ਦੀ ਪੁਕਾਰ। ਨਾਨਕ ਦੀਨ ਦਿਆਲ ਪਏ ਹੈ, ਤ੍ਰਿਸ਼ਨਾ ਸ਼ਬਦ ਬੁਝਾਏ। ਕਹਿੰਦੇ ਸ਼ਬਦ ਦੇ ਨਾਲ, ਇਹ ਸ਼ਬਦ ਦੇ ਨਾਲ ਹੀ ਤ੍ਰਿਸ਼ਨਾ ਜਾਣੀ ਹੈ ਭਾਈ। ਇਹ ਸ਼ਬਦ ਦੇ ਨਾਲ ਹੀ ਸ਼ਬਦ ਅੰਦਰ ਤੇਰੇ ਪ੍ਰਗਟ ਹੋ ਜਾਣਾ, ਇਸ ਨੇ ਤ੍ਰਿਸ਼ਨਾ ਤੇਰੀ ਪੂਰੀ ਬੁਝਾ ਦੇਣੀ। ਸਰੀਰ ਤੋਂ ਬਾਹਰ ਹੋ ਜਾਣਾ, ਇਨਸਾਨ ਨੇ ਸ਼ਬਦ ਰੂਪ ਹੋ ਜਾਣਾ, ਪਰਮਾਤਮਾ ਸ਼ਬਦ ਰੂਪ ਹੈਗਾ। ਅਗਲਾ ਸ਼ਬਦ ਆ ਗਿਆ ਸੋਠ ਮਹਲਾ ਚੌਥਾ, ਪੰਚਪਦਾ। 5 ਪਦੇ ਹੈ ਇਹਦੇ ਵਿੱਚ। ਆਚਰ ਚਰੈ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ। ਦੇਖ ਲਓ ਕਿੱਥੋਂ ਸ਼ੁਰੂ ਹੋਇਆ। ਗੁਰੂ ਦੀ ਗੱਲ ਮੰਨਣੀ ਸ਼ੁਰੂ ਕਰਤੀ, ਧਿਆਨ ਸਿਮਰਨ ਸ਼ੁਰੂ ਕਰਤਾ, ਆਪਣੇ ਆਪ ਨੂੰ ਕਰਨਾ ਸ਼ੁਰੂ ਕਰਤਾ, ਸਰਮਖੰਡ ਦੇ ਵਿੱਚ ਬੈਠਣਾ ਸ਼ੁਰੂ ਕਰਤਾ। ਕਹਿੰਦੇ ਮਨ ਜਿਹੜਾ ਸੀ ਆਚਰ ਸੀਗਾ, ਜਿਹੜਾ ਇਹਨੂੰ ਇਹ ਮੰਨਦਾ ਹੀ ਨਹੀਂ ਸੀਗਾ, ਜਿਹੜਾ ਇਹ ਪਤੰਦਰ ਜਿਹੜਾ ਕਾਬੂ ਹੀ ਨਹੀਂ ਆਉਂਦਾ ਸੀਗਾ। ਕਹਿੰਦੇ ਇਹ ਵੀ ਮੰਨ ਗਿਆ ਭਾਈ, ਆਚਰ ਚਰਾ ਹੈ, ਇਹ ਵੀ ਚਰਿਆ ਗਿਆ, ਇਹ ਵੀ ਜਿਹੜਾ ਹੈਗਾ ਕੰਟਰੋਲ 'ਚ ਆ ਗਿਆ। ਮਨ ਜੀਤੇ ਜਗਜੀਤ ਹੋ ਗਿਆ। ਆਚਰ ਚਰੇ ਤਾਂ ਸਿੱਧ ਹੋ ਗਈ ਭਾਈ। ਜਿਹੜਾ ਕੰਮ ਕਰ ਰਿਹਾ ਸੀ ਉਹਦੇ 'ਚ ਪ੍ਰਾਪਤੀ ਹੋ ਗਈ, ਪਾਸ ਹੋ ਗਿਆ, ਸਫਲਤਾ ਆ ਗਈ। ਆਚਰ ਚਰੈ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ। ਇਹਦੇ ਨਾਲ ਕੀ ਹੋ ਗਿਆ? ਹੁਣ ਇਹਦੇ ਨਾਲ ਕਹਿੰਦੇ ਬੁੱਧੀ ਆ ਗਈ। ਇਹਦੇ ਨਾਲ ਗੁਰੂ ਵਾਲੀ ਬੁੱਧੀ ਆ ਗਈ, ਗੁਰੂ ਹੋ ਗਿਆ। ਹੁਣ ਵਿਵੇਕ ਬੁੱਧੀ ਆ ਗਈ। ਆਚਰ ਚਰੈ ਤਾਂ ਸਿੱਧ ਪਾਈ, ਸਿੱਧੀ ਤੇ ਬੁੱਧ ਪਾਈ। ਪ੍ਰੇਮ ਕੇ ਸਰ ਲਾਗੇ ਤਨ ਭੀਤਰ, ਤਾਂ ਭਰਮ ਕਾਟਿਆ ਜਾਏ। ਕਹਿੰਦੇ ਐਸੇ ਪ੍ਰੇਮ ਦੇ ਤੀਰ ਅੰਦਰ ਖੁੱਭ ਗਏ ਭਾਈ। ਪਰਮਾਤਮਾ ਦੇ ਨਾਲ ਪਿਆਰ ਪੈ ਗਿਆ। ਉਹ ਮਾਇਆ ਦਾ ਜਿਹੜਾ ਭਰਮ ਸੀ, ਮਾਇਆ ਦੇ ਚਸਕੇ ਸੀ, ਮਾਇਆ ਦੇ ਜਿਹੜੇ ਲੀਹਾਂ ਸੀਗੀਆਂ, ਮਾਇਆ ਦੇ ਜਿਹੜੇ ਪਦਾਰਥ ਚੋਗੇ ਤੇ ਡਿੱਗਦਾ ਸੀਗਾ ਬਾਰ-ਬਾਰ, ਨਹੀਂ ਛੁੱਟਦੇ ਸੀ ਅਵਗੁਣ, ਸਾਰੇ ਛੁੱਟ ਗਏ। ਪ੍ਰੇਮ ਕੇ ਸਰ ਲਾਗੇ ਤਨ ਭੀਤਰ, ਤਾਂ ਭਰਮ ਕਾਟਿਆ ਜਾਏ। ਤਾਂ ਜਦ ਇੰਨਾ ਪਿਆਰ ਪੈ ਜਾਏਗਾ ਤਾਂ ਇਹ ਮਾਇਆ ਛੁੱਟ ਜਾਏਗੀ। ਮੇਰੇ ਗੋਬਿੰਦ ਆਪਣੇ ਜਨ ਕੋ ਦੇਹ ਵਡਿਆਈ। ਮਾਲਕ ਦਿੰਦਾ ਹੈ ਵਡਿਆਈ ਪਾਏ। ਮੇਰੇ ਗੋਬਿੰਦ ਮੈਂ ਵੀ ਤੇਰਾ ਜਾਣਿਆ, ਮੈਨੂੰ ਵੀ ਦੇ ਵਡਿਆਈ। ਮੇਰੇ ਗੋਬਿੰਦ ਆਪਣੇ ਜਨ ਕੋ ਦੇ ਵਡਿਆਈ। ਤੂੰ ਤਾਂ ਦਿੰਦਾ ਹੈ ਆਪਣੇ ਜਨ ਨੂੰ ਵਡਿਆਈ। ਗੁਰਮਤਿ ਰਾਮ ਨਾਮ ਪਰਗਾਸੋ, ਸਦਾ ਰਹੋ ਸਰਣਾਈ। ਕਹਿੰਦੇ ਆਹ ਵਡਿਆਈ ਚਾਹੀਦੀ ਆ ਭਾਈ। ਮੈਨੂੰ ਗੁਰੂ ਦੀ ਮੱਤ ਦੇ ਕੇ ਤੇ ਆਪਣੇ ਰਾਮ ਦੇ ਨਾਮ ਦਾ ਪ੍ਰਗਾਸ ਕਰ ਦੇ, ਮੈਨੂੰ ਆਪਣੇ ਨਾਮ ਦਾ ਪ੍ਰਗਾਸ ਕਰ ਦੇ, ਔਰ ਮੈਂ ਜਿਹੜਾ ਹੈਗਾ ਹਮੇਸ਼ਾ ਤੇਰੀ ਸ਼ਰਨ ਦੇ ਵਿੱਚ ਰਵਾਂ। ਸਦਾ ਰਹੋ ਸਰਣਾਈ। ਬਸ ਮਾਲਕ ਦੀ ਸ਼ਰਨ ਦੇ ਵਿੱਚ ਹਮੇਸ਼ਾ ਰਵਾਂ। ਰਹਾਓ। ਇਹ ਸੰਸਾਰ ਸਭ ਆਵਣ ਜਾਣਾ, ਮਨ ਮੂਰਖ ਚੇਤ ਅਜਾਣਾ। ਇਹ ਸੰਸਾਰ ਸਾਰਾ ਜਿਹੜਾ ਹੈਗਾ ਆਉਣ ਜਾਣ ਵਾਲਾ ਹੈ ਭਾਈ, ਨਹੀਂ ਹੈਗਾ ਸੱਚ, ਝੂਠਾ ਹੈਗਾ, ਸੁਪਨਾ ਹੈਗਾ। ਇਹ ਸੰਸਾਰ ਸਭ ਆਵਣ ਜਾਣਾ, ਮਨ ਮੂਰਖ ਚੇਤ ਅਜਾਣਾ। ਹਰ ਜਿਉ ਕਿਰਪਾ ਕਰੋ ਗੁਰ ਮੇਲੋ, ਤਾਂ ਹਰ ਨਾਮ ਸਮਾਣਾ। ਮੇਰੇ ਮਾਲਕਾ ਕਿਰਪਾ ਕਰ, ਗੁਰੂ ਨੂੰ ਮਿਲਾ ਤੇ ਤਾਂ ਕਿ ਮੈਂ ਨਾਮ ਦੇ ਵਿੱਚ ਸਮਾ ਜਾਵਾਂ, ਮੇਰੀ ਖਿੱਚ ਬਣ ਜਾਏ ਔਰ ਨਾਮ ਪ੍ਰਗਟ ਹੋ ਜਾਏ, ਨਾਮ ਦੇ ਵਿੱਚ ਸਮਾ ਜਾਵਾਂ। ਅੰਮ੍ਰਿਤ ਰਸ, ਮੈਂ ਜਦ ਅੰਮ੍ਰਿਤ ਆ ਗਿਆ ਬਸ ਬਾਕੀ ਸਾਰੇ ਦੇ ਸਾਰੇ ਖਤਮ। ਪਰਮ ਮਾਇਆ ਜਿਸ ਕੀ ਵਤ ਸੋਈ ਪ੍ਰਭ ਜਾਣੇ, ਜਿਸ ਨੂੰ ਦੇ ਸੋ ਪਾਏ। ਕੋਈ ਆਪਣਾ ਇਹਦੇ ਉੱਤੇ ਉਹ ਨਹੀਂ ਹੈ, ਅਧਿਕਾਰ ਨਹੀਂ ਹੈਗਾ ਭਾਈ। ਆਪਾਂ ਕੁਛ ਨਹੀਂ, ਆਪਾਂ ਜਿਹਦੀ ਵਸਤੂ ਹੈ ਕਹਿੰਦੇ ਉਹਨੇ ਦੇਣੀ ਹੈ। ਉਹ ਦਾਤੇ ਦੇ ਕੋਲ ਆ, ਮਾਲਕ ਦੇ ਕੋਲ ਆ, ਵਸਤੂ ਤਾਂ ਮਾਲਕ ਦੇ ਕੋਲ ਆ, ਕੰਟਰੋਲਰ ਉਹ ਹੈਗਾ, ਉਹਨੇ ਦੇਣੀ ਹੈਗੀ, ਆਪਾਂ ਮੰਗਣੀ ਹੈਗੀ। ਆਪਾਂ ਮੰਗ ਸਕਦੇ ਹਾਂ, ਬਸ ਦੇਣ ਵਾਲਾ ਉਹ ਹੈ ਮਾਲਕ ਪਰਮਾਤਮਾ। ਕਦੋਂ ਦੇਣੀ ਹੈ, ਕਿਹਨੂੰ ਦੇਣੀ ਹੈ, ਕਿੰਨੀ ਦੇਣੀ ਹੈ, ਉਹ ਮਾਲਕ ਜਾਣਦਾ ਹੈ। ਪਰ ਜਿਹੜਾ ਮੰਗਦਾ ਹੈ ਉਹਨੂੰ ਮਿਲਣੀ ਹੈ। ਇਹ ਤਾਂ ਬਿਲਕੁਲ, ਇਹ ਤਾਂ ਜਿਹੜਾ ਹੈ 100% ਟਰੂ ਹੈਗਾ ਭਾਈ। ਮੰਗਣ ਤੇ ਦੇਣੀ ਹੈ ਉਹਨੇ। ਜਿਸ ਕੀ ਵਤ ਸੋਈ ਪ੍ਰਭ ਜਾਣੇ, ਜਿਸ ਨੂੰ ਦੇ ਸੋ ਪਾਏ। ਵਸਤ ਅਨੂਪ ਅਤ ਅਗਮ ਅਗੋਚਰ, ਗੁਰ ਪੂਰਾ ਅਲਖ ਲਖਾਏ। ਆਹਾ,
ਕਹਿੰਦੇ ਪਰ ਇੰਨੀ ਗਰੰਟੀ ਹੈ ਬਈ ਬਸ ਤੂੰ ਐਸੀ ਕੋਈ ਇਹੋ ਜਿਹੀ ਚੀਜ਼ ਕਦੀ ਦੇਖੀ ਨਹੀਂ ਹੋਣੀ, ਅਨੂ ਪਿਓ ਦੇ ਵਰਗੀ ਕੋਈ ਚੀਜ਼ ਨਹੀਂ ਬਣੀ ਦੁਨੀਆ 'ਚ। ਆਤਮ ਅਗੋਚਰ ਬਹੁਤ ਹੀ ਜ਼ਿਆਦਾ ਰੇਅਰ ਹੈਗੀ ਹੈ, ਨਹੀਂ ਪਾਈ ਜਾ ਸਕਦੀ ਇੰਦਰੀਆਂ ਦੇ ਨਾਲ ਇਹ ਜਿਹੜੀਆਂ ਹੈਗੀਆਂ ਹੋਰ ਕਿਸੇ ਵੀ ਮਨ ਦੀ ਚਤੁਰਾਈਆਂ ਦੇ ਨਾਲ। ਗੁਰ ਪੂਰਾ ਅਲਖ ਲਖਾਏ, ਉਹ ਗੁਰ ਪੂਰਾ ਹੈ, ਇਹ ਅਲੱਖ ਨਹੀਂ ਲਿਖੀ ਜਾਣੀ ਵਾਲੀ ਚੀਜ਼ ਇਹਨੂੰ ਲਿਖਾ ਦਿੰਦਾ ਹੈ। ਪੂਰਾ ਗੁਰੂ ਜਿਹੜਾ ਹੈਗਾ ਉਹਨੇ ਲਿਖਾਉਣੀ ਹੈ। ਜਿਹਨੇ ਚਾਖੀ ਸੋਈ ਜਾਣੇ ਗੂੰਗੇ ਕੀ ਮਠਿਆਈ, ਜਿਹਨੇ ਵੀ ਚਖੀ ਹੈ ਪਾਏ ਉਹ ਜਾਣਦਾ ਇਹਦਾ ਸਵਾਦ ਨੂੰ, ਉਹ ਜਾਣਦਾ ਇਹਦੇ ਬਸ ਚਖਣ ਵਾਲਾ ਹੀ ਜਾਣਦਾ ਹੈ ਪਾਏ। ਜਿਹਨੇ ਚਾਖੀ ਸੋਈ ਜਾਣੇ ਗੂੰਗੇ ਕੀ ਮਠਿਆਈ, ਰਤਨ ਲੁਕਾਇਆ ਲੁਕੇ ਨਾਹੀ ਜੇ ਕੋ ਰੱਖੇ ਲੁਕਾਈ। ਪਰ ਜਿਹਨੇ ਚੱਖ ਲਈ, ਜਿਹਦੇ ਕੋਲੇ ਰਤਨ ਆ ਗਿਆ ਨਾਮ ਰੂਪੀ, ਕਹਿੰਦੇ ਬਸ ਉਹ ਛੁਪ ਨਹੀਂ ਸਕਦਾ, ਫਿਰ ਉਹ ਛੁਪ ਨਹੀਂ ਸਕਦਾ। ਉਹਦੇ ਤੋਂ ਖੁਸ਼ਬੂ ਆਉਣੀ ਹੀ ਆਉਣੀ ਆ, ਉਹਦੇ ਤੋਂ ਪ੍ਰਕਾਸ਼ ਆਉਣਾ ਹੀ ਆਉਣਾ ਹੈ। ਬਸ ਉਹ ਤਾਂ ਬ੍ਰਹਮ ਗਿਆਨੀ ਹੋ ਗਿਆ ਭਾਈ, ਉਹਦੇ ਤੋਂ ਦੁਨੀਆ ਰਹਿੰਦੀ ਦੁਨੀਆ ਤੱਕ ਲੋਕੀ ਸੇਧ ਲੈਣਗੇ ਭਾਈ। ਰਤਨ ਲੁਕਾਇਆ ਲੁਕੇ ਨਾਹੀਂ ਜੇ ਕੋ ਰੱਖਿਆ ਲੁਕਾਈ। ਸਭ ਕਿਸ ਤੇਰਾ ਤੂੰ ਅੰਤਰ ਜਾਮੀ, ਤੂੰ ਸਭਨਾ ਕਾ ਪ੍ਰਭ ਸੋਈ। ਕਹਿੰਦੇ ਸਾਰਾ ਕੁਛ ਤੇਰਾ ਹੈ, ਸਾਰੀ ਖੇਡ ਤੇਰੀ ਹੈ, ਤੂੰ ਅੰਦਰ ਬੈਠਾ ਹੋਇਆ ਹੈ, ਤੂੰ ਸਾਰਿਆਂ ਦਾ ਹੈਗਾ, ਮੇਰਾ ਹੀ ਇਕੱਲੇ ਦਾ ਰਾਈਟ ਨਹੀਂ ਹੈ, ਤੂੰ ਸਾਰਿਆਂ ਦਾ ਹੈਗਾ ਮਾਲਕਾ, ਤੂੰ ਸਾਰਿਆਂ ਦਾ ਹੈਗਾ। ਜਿਸਨੂੰ ਦਾਤ ਕਰੇ ਸੋ ਪਾਏ, ਜਨ ਨਾਨਕ ਅਵਰ ਨਾ ਕੋਈ। ਬਸ ਦਾਤ ਤੂੰ ਕਰਨੀ ਆ, ਜਿਹਨੂੰ ਵੀ ਕਰਦਾ ਹੈ ਉਹੀ ਪਾਉਂਦਾ ਹੈ। ਤੇਰੇ ਤੋਂ ਇਲਾਵਾ ਹੋਰ ਕੋਈ ਨਹੀਂ ਹੈਗਾ, ਤੇਰੇ ਤੋਂ ਇਲਾਵਾ ਹੋਰ ਕੋਈ ਦੁਨੀਆ ਦੇ ਵਿੱਚ ਕੋਈ ਨਹੀਂ ਹੈਗਾ। ਸਾਰੀ ਖੇਡ ਸਾਰਾ ਕੁਛ ਤੂੰ ਹੀ ਹੈਗਾ। ਇਹ ਜੀ ਅੱਜ ਜਿਹੜਾ ਹੈਗਾ ਇਹ ਗਿਆਨ ਜਿਹੜਾ ਹੈਗਾ ਮਾਲਕ ਨੇ ਮਿਹਰ ਕੀਤੀ ਹੈ ਜੀ। ਮੈਂ ਸੋਚਦਾ ਸੀਗਾ ਵੀ ਇਹ ਕਿਸ ਤਰੀਕੇ ਦੇ ਨਾਲ ਜੋ ਹੈ ਇਹ ਗਿਆਨ ਜਿਹੜਾ ਹੈਗਾ ਆ ਰਿਹਾ ਹੈ, ਗਿਆਨ ਕਿਸ ਤਰੀਕੇ ਦੇ ਨਾਲ ਇਹਨੂੰ ਮੈਂ ਜਿਹੜਾ ਹੈਗਾ ਇਹਨੂੰ ਮਾਲਕ ਨੇ ਮਿਹਰ ਕਰਤੀ ਜੀ। ਇਹ ਕਿਉਂਕਿ ਸਮਾਂ ਵੀ ਜ਼ਿਆਦਾ ਚਾਹੀਦਾ ਸੀ ਇਹਨੂੰ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਸਾਰੇ ਸੰਗਤ ਨੂੰ ਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਬੇ ਵਾਹਿ ਖਾਲਸਾ ਵਾਹਿ ਫਤਿਹ। ਬਾਬੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।